10ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ, ਮਾਰਚ 2023 ਦੇ ਵਿੱਚ ਤੁਹਾਡੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਜਾ ਰਹੇ ਨੇ। ਮੈਥ ਵਿਸ਼ੇ ਦੇ ਲਈ ਸਰਕਾਰ ਵੱਲੋਂ ਇੱਕ ਸੈਂਪਲ ਪੇਪਰ ਸੈਂਡ ਕੀਤਾ ਗਿਆ ਹੈ, ਜਿਸ ਵਿੱਚ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆ ਸਕਦੇ ਨੇ, ਕਿਹੜੇ ਚੈਪਟਰ 'ਚੋਂ ਕਿਸ ਤਰ੍ਹਾਂ ਦਾ ਕੁਐਸਚਨ ਅਵੇਲੇਬਲ ਹੋਏਗਾ। ਅਤੇ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਕਿਸ ਤਰੀਕੇ ਨਾਲ 10ਵੀਂ ਦਾ ਆਪਣਾ ਫਾਈਨਲ ਪੇਪਰ ਸੋਲਵ ਕਰਕੇ ਆਉਣਾ ਹੈ, ਤਾਂ ਕਿ ਤੁਹਾਡਾ ਪੇਪਰ ਪੂਰੇ 3 ਘੰਟੇ 'ਚ ਖਤਮ ਹੋ ਸਕੇ। ਕਈ ਵਾਰੀ ਬੱਚੇ ਕਹਿੰਦੇ ਕਿ ਸਰ ਸਮਾਂ ਹੀ ਘੱਟ ਪੈ ਗਿਆ, ਕਾਰਨ ਅਸੀਂ ਕਿਸੇ ਕੁਐਸਚਨ ਨੂੰ ਬਹੁਤ ਜ਼ਿਆਦਾ ਲਿਖਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਜੋ ਸਾਡੇ ਕੋਲ ਸਮਾਂ ਘੱਟ ਰਹਿ ਜਾਂਦਾ। ਇਸ ਪੇਪਰ ਦੇ ਵਿੱਚ, ਇਸ ਵੀਡੀਓ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਸਕੀਏ ਕਿ ਤੁਸੀਂ ਪੇਪਰ ਨੂੰ ਕਿਵੇਂ ਹੱਲ ਕਰਨਾ ਹੈ। ਹੁਣ ਦੇਖੋ, ਇਹਦੇ ਵਿੱਚ ਜ਼ਰੂਰੀ ਨੋਟ ਦਿੱਤੀਆਂ ਗਈਆਂ ਨੇ ਕਿ ਤੁਹਾਡੇ ਕੋਲ ਪਹਿਲਾ ਭਾਗ ਊੜਾ ਆਏਗਾ। ਉਸ ਊੜੇ ਭਾਗ ਦੇ ਵਿੱਚ ਤੁਹਾਡੇ ਕੋਲ ਪਹਿਲਾਂ 16 ਕੁਐਸਚਨ ਹੋਣਗੇ 1-1 ਨੰਬਰ ਵਾਲੇ, ਜਿਹਦੇ ਵਿੱਚ 4 ਆਪਸ਼ਨਾਂ ਹੋਣਗੀਆਂ, 1 ਟਿਕ ਕਰਨੀ ਹੈ। ਫਿਰ 8 ਕੁਐਸਚਨ 1-1 ਨੰਬਰ ਵਾਲੇ, ਜਿਹਦੇ 'ਚ ਸਹੀ ਤੇ ਗਲਤ 'ਤੇ ਟਿਕ ਕਰਨਾ ਹੈ। ਫਿਰ 8 ਕੁਐਸਚਨ 1-1 ਨੰਬਰ ਵਾਲੇ ਖਾਲੀ ਥਾਵਾਂ ਨੂੰ ਭਰਨਾ ਹੈ। ਇਹਦਾ ਮਤਲਬ ਬੇਟਾ ਜੀ, ਪਹਿਲੇ ਊੜੇ ਭਾਗ ਦੇ ਵਿੱਚੋਂ ਤੁਹਾਨੂੰ 32 ਨੰਬਰ ਮਿਲ ਜਾਣਗੇ, ਅਤੇ ਜੇ ਤੁਹਾਨੂੰ ਮੈਂ ਦੱਸਾਂ ਤਾਂ 80 ਦੇ ਵਿੱਚੋਂ 27 ਵਾਲਾ ਪਾਸ ਹੁੰਦਾ ਹੈ ਬੇਟਾ। ਇਹਦਾ ਮਤਲਬ ਜੇ ਤੁਹਾਡਾ ਭਾਗ ਊੜਾ ਤੁਹਾਨੂੰ ਚੰਗੀ ਤਰ੍ਹਾਂ ਤਿਆਰ ਹੈ ਨਾ, ਤਾਂ ਵੀ ਤੁਸੀਂ ਪਾਸ ਹੋ ਸਕਦੇ ਹੋ। ਪਰ ਅਸੀਂ ਸਿਰਫ ਪਾਸ ਨਹੀਂ ਹੋਣਾ, ਨੰਬਰ ਵੀ ਲੈਣੇ ਆ। ਇਸ ਕਰਕੇ ਸਾਨੂੰ ਭਾਗ ਐੜਾ, ਸੱਸਾ, ਈੜੀ ਵੀ ਕਰਨੇ ਆ। ਪਰ ਗੱਲ ਸਿਰਫ ਇੰਨੀ ਸੀ ਕਿ ਭਾਗ ਊੜਾ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੈ। ਐੜੇ ਭਾਗ ਦੇ ਵਿੱਚ 4 ਤੋਂ 11 ਮਤਲਬ 8 ਸਵਾਲ 2-2 ਨੰਬਰ ਦੇ, ਮਤਲਬ 16 ਨੰਬਰ ਮਿਲਣਗੇ ਇੱਥੇ। 12 ਤੋਂ 16 ਮਤਲਬ 4 ਨੰਬਰ 5-5 ਨੰਬਰ ਦੇ, ਮਤਲਬ 20 ਨੰਬਰ ਦਾ ਪੇਪਰ ਇੱਥੋਂ ਮਿਲ ਜਾਣਾ ਹੈ। ਅਤੇ 2 ਕੁਐਸਚਨ 6-6 ਨੰਬਰ ਦੇ, ਮਤਲਬ 12 ਨੰਬਰ ਦਾ ਪੇਪਰ ਇੱਥੋਂ ਮਿਲ ਜਾਣਾ ਹੈ। ਟੋਟਲ ਹੋ ਗਏ 80 ਨੰਬਰ। ਇਸ ਵੀਡੀਓ ਦੇ ਵਿੱਚ ਅਸੀਂ ਭਾਗ ਐੜਾ 32 ਨੰਬਰ ਲਈ, ਅਤੇ ਭਾਗ ਊੜਾ 32 ਨੰਬਰ ਲਈ, ਅਤੇ ਭਾਗ ਐੜਾ ਇੱਥੇ ਤੱਕ ਦੀ ਵੀਡੀਓ ਬਣਾਵਾਂਗੇ ਇਸ ਵੀਡੀਓ ਦੇ ਵਿੱਚ, ਤਾਂ ਜੋ ਵੀਡੀਓ ਵੀ ਲੰਬੀ ਨਾ ਹੋਵੇ, ਤੁਹਾਨੂੰ ਸਮਝਣ 'ਚ ਵੀ ਦਿੱਕਤ ਨਾ ਆਵੇ। ਫਿਰ ਦੂਜੀ ਵੀਡੀਓ ਦੇ ਵਿੱਚ ਅਸੀਂ ਅਗਲੇ ਭਾਗ ਕਰਾਂਗੇ 32 ਨੰਬਰ ਦੀ ਤਿਆਰੀ ਲਈ। ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ 48 ਨੰਬਰ ਦੀ ਤਿਆਰੀ ਕਰਾਊਂਗਾ। ਹੁਣ ਆਪਾਂ ਭਾਗ ਊੜੇ ਵੱਲ ਚੱਲਦੇ ਹਾਂ। ਥੋੜ੍ਹੀ ਜਿਹੀ ਭਾਗ ਊੜਾ ਤੁਹਾਡੇ ਸਾਹਮਣੇ ਹੈ। ਪਹਿਲਾ ਕੁਐਸਚਨ ਹੈ ਤੁਹਾਡੇ ਕੋਲ, ਦਿੱਤੇ ਗੁਣਨਖੰਡ ਰੁੱਖ ਵਿੱਚ ਅਗਿਆਤ ਅੰਕ ਕੀ ਹੋਵੇਗਾ। ਬਹੁਤ ਹੀ ਸੌਖਾ ਸਵਾਲ ਹੈ ਬੇਟਾ, ਦੇਖੋ ਧਿਆਨ ਨਾਲ। 3 ਤੇ 2, 3 ਗੁਣਾ ਕਰੋ, 3 ਦੂਣੀ 6, ਇੱਥੇ ਕੀ ਹੋਏਗਾ 6 ਹੋਏਗਾ। ਆਪਸ਼ਨ ਬੀ ਟਿਕ ਹੋ ਗਈ ਹੈ। ਸੌਖਾ ਜਿਹਾ ਸਵਾਲ ਸੀਗਾ। ਦੂਜੇ ਸਵਾਲ ਵੱਲ ਚੱਲਦੇ ਹਾਂ। ਜੇਕਰ px ਬਰਾਬਰ ax ਦੀ 2 ਜਮ੍ਹਾਂ bx ਜਮ੍ਹਾਂ c ਇੱਕ 2 ਘਾਤੀ ਬਹੁਪਦ ਹੈ, ਤਾਂ c/a ਦਾ px ਦੇ ਸ਼ਿਫਰਾਂ ਨਾਲ ਕੀ ਸੰਬੰਧ ਹੁੰਦਾ ਹੈ। ਹੁਣ ਮੇਰੀ ਗੱਲ ਧਿਆਨ ਨਾਲ ਸੁਣਨਾ ਹੈ। ਜੇਕਰ ਅਸੀਂ ਦੂਜੀ ਰਕਮ ਦੇ ਨਾਲ ਪਹਿਲੀ ਰਕਮ ਲਿਖੀਏ ਅਤੇ ਸਾਈਨ ਚੇਂਜ ਕਰੀਏ ਦੂਜੀ ਰਕਮ ਦਾ, ਮਤਲਬ -b/a, ਅਤੇ ਇਹ ਹੁੰਦਾ ਹੈ ਜੋੜਫਲ। ਇਹਨੂੰ ਕੀ ਕਹਿੰਦੇ ਆਪਾਂ, ਜੋੜਫਲ। ਲੇਕਿਨ ਜੇ ਆਪਾਂ ਤੀਜੀ ਰਕਮ ਨਾਲ ਪਹਿਲੀ ਰਕਮ ਲਿਖਦੇ ਹਾਂ, ਮਤਲਬ c/a, ਤਾਂ ਇਹਨੂੰ ਕਹਿੰਦੇ ਹਾਂ ਗੁਣਨਫਲ। ਹੁਣ ਉਹਨੇ ਸਾਨੂੰ ਪੁੱਛਿਆ ਹੈ c/a, ਤਾਂ c/a ਕੀ ਹੈ, ਸ਼ਿਫਰਾਂ ਦਾ ਗੁਣਨਫਲ ਹੈ। ਯਾਦ ਰੱਖਿਓ, -b/a ਜੋੜਫਲ ਹੁੰਦਾ ਹੈ ਔਰ c/a ਗੁਣਨਫਲ ਹੁੰਦਾ ਹੈ। ਤੀਜੇ ਕੁਐਸਚਨ ਵੱਲ ਚੱਲਦੇ ਹਾਂ। ਤੀਜਾ ਸਵਾਲ ਦੇਖੋ ਬੇਟਾ ਜੀ, ਦਿੱਤੇ ਚਿੱਤਰ ਦੇ ਆਲੇਖ ਲਈ ਸ਼ਿਫਰਾਂ ਦੀ ਗਿਣਤੀ ਕਿੰਨੀ ਹੋਵੇਗੀ। ਤੁਹਾਨੂੰ ਸਾਫ਼ ਦਿਸ ਰਿਹਾ ਹੈ ਚਿੱਤਰ ਦੇ ਵਿੱਚ, ਆਹ ਲਾਈਨ ਜਿਹੜੀ ਹੈ ਇੱਕ ਬਿੰਦੂ ਇੱਥੇ ਕੱਟਦੀ ਹੈ, ਦੇਖੋ x ਤੋਂ ਰੇ ਨੂੰ, ਫਿਰ ਇੱਥੇ ਕੱਟਦੀ ਹੈ 2, ਫਿਰ ਇੱਥੇ ਕੱਟਦੀ ਹੈ 3। ਅਤੇ ਜਿੰਨੀ ਵਾਰੀ ਕੋਈ ਗ੍ਰਾਫ x ਤੋਂ ਰੇ ਨੂੰ ਟੱਚ ਕਰਦਾ ਹੈ, ਉਨੀ ਹੀ ਸ਼ਿਫਰਾਂ ਦੀ ਗਿਣਤੀ ਹੁੰਦੀ ਹੈ। ਇਸ ਕਰਕੇ ਤੀਜਾ ਆਪਸ਼ਨ ਟਿਕ। ਕਿੰਨੇ ਸੌਖੇ ਸਵਾਲ ਹੈ, ਤੁਸੀਂ ਦੇਖੋ 1-1 ਨੰਬਰ ਵਾਲੇ। ਹੁਣ ਚੌਥੇ ਸਵਾਲ ਵੱਲ ਚੱਲਦੇ ਹਾਂ। ਜੇਕਰ ਸਮੀਕਰਨ ਦਿਸ ਅਤੇ ਦਿਸ ਦਾ ਇੱਕ ਹੱਲ ਹੋਵੇ ਤਾਂ ਕੀ ਦਾ ਮੂਲ ਦੱਸੋ। ਬੇਟਾ ਇਸ ਗੱਲ ਦਾ ਧਿਆਨ ਰੱਖਣਾ ਹੈ, ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਆਉਂਦਾ ਹੈ, ਇੱਕ ਹੱਲ ਜਾਂ ਅਨੇਕ ਹੱਲ ਜਾਂ ਕੋਈ ਹੱਲ ਨਹੀਂ, ਅਤੇ ਕੇ ਦਾ ਮੂਲ ਪਤਾ ਕਰਨਾ ਹੈ। ਅਤੇ 3 ਫਾਰਮੂਲੇ ਦੱਸ ਰਹੇ ਹਾਂ, ਧਿਆਨ ਨਾਲ ਦੇਖਿਓ। ਇਹ 2 ਫਾਰਮੂਲੇ ਨਹੀਂ ਭੁੱਲਣੇ ਬੇਟਾ, ਕਿ ਜੇਕਰ ਲਿਖਿਆ ਇੱਕ ਹੱਲ ਤਾਂ ਤੁਸੀਂ ਪਹਿਲੀ 2 ਭਿੰਨਾਂ ਦੇ ਵਿਚਕਾਰ ਨਾ ਬਰਾਬਰ ਦਾ ਨਿਸ਼ਾਨ ਪਾਉਣਾ ਹੈ, ਅਤੇ ਜੇ ਅਨੇਕ ਆ ਜਾਏ, ਚਾਹੇ ਕੋਈ ਹੱਲ ਨਹੀਂ ਆ ਜਾਏ, ਕੋਈ ਵੀ ਆ ਜਾਏ, ਤਾਂ ਤੁਸੀਂ ਬਰਾਬਰ ਦਾ ਨਿਸ਼ਾਨ ਪਾਉਣਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਅਤੇ ਦੂਜੀ ਗੱਲ, ਜਦੋਂ ਵੀ ਤੁਹਾਨੂੰ ਆਹ ਸਮੀਕਰਨ ਦਿੱਤੀਆਂ ਹੋਣਗੀਆਂ, ਤੁਸੀਂ ਸਮੀਕਰਨਾਂ ਕਿੱਦਾਂ ਲਿਖਣੀਆਂ, ਪਹਿਲਾਂ ਪਹਿਲੀ ਸਮੀਕਰਨ ਲਿਖਣੀ ਹੈ, ਅਤੇ ਜੇ x ਦੇ ਨਾਲ ਅਤੇ y ਦੇ ਨਾਲ ਕੁਛ ਨਾ ਹੋਵੇ ਤਾਂ ਉੱਥੇ 1 ਲਗਾ ਦੇਣਾ ਹੈ। ਫਿਰ ਦੂਜੀ ਸਮੀਕਰਨ ਉਹਦੇ ਹੀ ਨੀਚੇ ਲਿਖਣੀ ਹੈ, ਬਿਲਕੁਲ ਨੀਚੇ ਸੇਮ। ਅਤੇ ਹੁਣ ਤੁਸੀਂ ਕੀ ਕਰਨਾ ਹੈ, ਆ x ਦੇ ਨਾਲ ਲਾਈਨ ਲਾ ਦੇਣੀ ਹੈ। x ਕੱਟਿਆ ਗਿਆ, ਕੀ ਰਹਿ ਗਿਆ k/6। ਫਿਰ y ਕੱਟਿਆ ਗਿਆ ਤਾਂ ਕੀ ਬਚ ਗਿਆ, -1 ਅਤੇ -2। ਹੁਣ ਪਹਿਲੇ 2 ਰਕਮਾਂ ਦੇਣੀਆਂ ਬਸ। ਹੁਣ ਤੁਸੀਂ ਦੱਸੋ ਕਿ ਲਿਖਿਆ ਕੀ ਹੈ। ਇੱਕ ਹੱਲ ਲਿਖਿਆ ਹੈ
ਤਾਂ ਫਿਰ ਕੀ ਪਾਉਣਾ, ਨਾ ਬਰਾਬਰੀ ਪਾਉਣੀ ਹੈ ਵਿਚਕਾਰ। ਤੇ ਜੇ ਅਨੇਕ ਜਾਂ ਕੋਈ ਹੱਲ ਨਹੀਂ ਲਿਖਿਆ ਹੁੰਦਾ ਤਾਂ ਬਰਾਬਰੀ ਪਾਉਣੀ ਸੀ। ਇਸ ਗੱਲ ਦਾ ਧਿਆਨ ਰੱਖਣਾ ਹੈ। ਤੇ ਆ ਮਾਈਨਸ ਤੇ ਮਾਈਨਸ ਆਪਸ ਵਿੱਚ ਕੱਟੇ ਗਏ, 6 ਚਲਾ ਗਿਆ ਉੱਪਰ, ਤੇ ਕੇ ਕਿੰਨਾ ਆ ਗਿਆ, ਨਾ ਬਰਾਬਰੀ ਦਾ ਨਿਸ਼ਾਨ ਹੀ ਰਹਿਣਾ ਬੇਟਾ। 6 ਉੱਪਰ ਚਲਾ ਗਿਆ, 6/2 ਕੱਟ ਕਰਕੇ ਕਿੰਨਾ ਆ ਗਿਆ, 3। ਇਹਦਾ ਮਤਲਬ ਕੇ ਨਾ ਬਰਾਬਰੇ 3 ਤੁਹਾਡਾ ਆਨਸਰ ਹੋਏਗਾ ਇਸ ਸਵਾਲ ਦਾ। ਬੀ ਆਪਸ਼ਨ ਤੁਹਾਡਾ ਆਨਸਰ ਆ ਗਿਆ। ਉਮੀਦ ਹੈ ਸਮਝ ਆ ਗਈ ਹੈ। ਕਿ ਯਾਦ ਰੱਖਿਓ ਬੇਟਾ, ਜਦੋਂ ਵੀ ਇਸ ਤਰ੍ਹਾਂ ਦਾ ਕੋਈ ਸਵਾਲ ਆਉਂਦਾ ਹੈ ਕਿ ਕੇ ਦਾ ਮੁੱਲ ਪਤਾ ਕਰੋ ਜਾਂ ਪਤਾ ਕਰੋ ਕਿ ਇਹਦਾ ਇੱਕ ਹੱਲ ਹੈ ਜਾਂ ਅਨੇਕ ਹੱਲ ਹੈ, ਤੁਸੀਂ ਬਸ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਸਮੀਕਰਨ ਦੇ ਥੱਲੇ ਸਮੀਕਰਨ ਲਿਖਣੀ ਹੈ, ਵਾਈ ਦੇ ਨਾਲ ਕੋਈ ਰਕਮ ਨਾ ਹੋਵੇ ਤਾਂ ਉੱਥੇ 1 ਲਗਾ ਦੇਣਾ ਹੈ। ਤੇ ਫਿਰ ਜੇ ਇੱਕ ਹੱਲ ਲਿਖਿਆ ਹੈ, ਕੇ ਦਾ ਮੁੱਲ ਪਤਾ ਕਰਨਾ ਹੈ, ਤਾਂ ਨਾ ਬਰਾਬਰੀ ਪਾਉਣੀ ਆ ਪਹਿਲੇ ਦੋਵਾਂ ਦੇ ਵਿਚਕਾਰ। ਤੇ ਜੇ ਅਨੇਕ ਜਾਂ ਕੋਈ ਹੱਲ ਕੁਝ ਵੀ ਲਿਖਿਆ ਆਉਂਦਾ, ਇੱਕ ਹੱਲ ਨੂੰ ਛੱਡ ਕੇ ਕੁਝ ਹੋਰ ਲਿਖਿਆ ਹੈ, ਤਾਂ ਫਿਰ ਤੁਸੀਂ ਬਰਾਬਰੀ ਪਾ ਦੇਣੀ ਹੈ। ਫਿਰ ਇੱਥੇ ਬਰਾਬਰੀ ਆਉਣਾ ਸੀ, ਇੱਥੇ ਬਰਾਬਰੀ ਆਉਣਾ ਸੀ, ਆਨਸਰ ਤਾਂ ਉਹੀ ਰਹਿਣਾ ਬੇਟਾ। ਬਸ ਨਾ ਬਰਾਬਰੀ ਤੇ ਬਰਾਬਰੀ ਦਾ ਧਿਆਨ ਰੱਖਣਾ ਹੈ। 4 ਸਵਾਲ ਕੰਪਲੀਟ ਹੋ ਚੁੱਕੇ ਨੇ 1-1 ਨੰਬਰ ਵਾਲੇ। 5ਵੇਂ ਸਵਾਲ ਵੱਲ ਚੱਲਦੇ ਹਾਂ। ਹੁਣ 5ਵਾਂ ਸਵਾਲ ਕਰਨ ਲੱਗੇ ਹਾਂ, ਧਿਆਨ ਨਾਲ ਦੇਖਣਾ ਸਾਰਿਆਂ ਨੇ। ਜੇਕਰ 6, K ਦਿੱਤੀ ਸਮੀਕਰਨ ਦਾ ਹੱਲ ਹੈ ਬੇਟਾ, ਪਹਿਲਾ ਘਰ x ਦਾ ਹੁੰਦਾ ਹੈ ਦੱਸਿਆ ਸੀ, ਦੂਜਾ ਘਰ y ਦਾ ਹੁੰਦਾ ਹੈ। ਤੁਸੀਂ ਸਭ ਤੋਂ ਪਹਿਲਾਂ ਆਪਣੀ ਸਮੀਕਰਨ ਉਠਾਉਣੀ ਹੈ ਤੇ ਲਿਖ ਲੈਣੀ ਹੈ 3x y ਮਾਈਨਸ 22 ਬਰਾਬਰ 0। ਹੁਣ ਦੇਖੋ 3 ਲਿਖ ਦੀ ਥਾਂ 3 ਲਿਖਣਾ ਹੈ, x ਨੂੰ ਇੱਕ ਬ੍ਰੈਕਟ ਦੇ ਦੇਣੀ ਹੈ, ਪਲੱਸ y ਨੂੰ ਵੀ ਇੱਕ ਬ੍ਰੈਕਟ ਦੇ ਦੇਣੀ ਹੈ, ਮਾਈਨਸ 22 ਨੂੰ ਚੱਕ ਕੇ ਉੱਧਰ ਭੇਜਤਾ, ਪਲੱਸ 22 ਹੋ ਗਿਆ। x ਦੀ ਬ੍ਰੈਕਟ ਦੇ ਵਿੱਚ x ਭਰਨਾ ਹੈ 6, y ਦੀ ਬ੍ਰੈਕਟ 'ਚ ਭਰਨਾ ਹੈ k। 6 ਤੀਏ 18 ਜਮਾ k ਬਰਾਬਰ 22। ਹੁਣ 18 ਦਾ ਪਲੱਸ ਹੋ ਰਿਹਾ ਤੇ k ਕੱਢਣ ਵਾਸਤੇ 22 ਦੇ ਕੋਲ 18 ਮਾਈਨਸ ਦਾ ਹੋ ਜਾਏਗਾ ਤੇ k ਦਾ ਮੁੱਲ ਆ ਗਿਆ 4। ਆਪਸ਼ਨ ਆ ਗਿਆ ਜੀ ਪਹਿਲਾ ਆਪਸ਼ਨ ਤੁਹਾਡੇ ਕੋਲ। ਉਮੀਦ ਹੈ ਸਮਝ ਆਇਆ ਹੋਵੇਗਾ। ਹੁਣ ਆਪਾਂ ਅਗਲਾ ਸਵਾਲ ਦੇਖੋ ਜੀ, 6ਵਾਂ ਸਵਾਲ। ਹੇਠਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ। ਦੇਖੋ ਬੇਟਾ, ਜਦੋਂ ਵੀ ਹੇਠਾਂ ਦਿੱਤੇ ਸਮੀਕਰਨਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਹੈ ਜਾਂ ਨਹੀਂ ਇਹ ਪੁੱਛਿਆ ਨਹੀਂ ਹੈ, ਤਾਂ ਤੁਸੀਂ ਦੇਖਣਾ ਕਿਹੜੀ ਸਮੀਕਰਨ ਦੀ ਘਾਤ 2 ਤੋਂ ਵੱਧ ਹੈ ਜਾਂ 2 ਤੋਂ ਘੱਟ ਹੈ। ਹੁਣ ਦੇਖੋ ਇਹ ਤਾਂ ਘਾਤ 2 ਹੈ, ਇੱਧਰ ਵੀ ਘਾਤ 2 ਹੈ, ਅਤੇ ਜਿਹੜੇ ਮੋਢਲੇ ਅੱਖਰ ਨੇ ਉਹ ਵੱਖਰੇ ਵੱਖਰੇ ਨੇ, ਅਤੇ ਇਹ ਤਾਂ ਦੋ ਘਾਤੀ ਸਮੀਕਰਨ ਹੀ ਹੈ। ਲੇਕਿਨ ਇੱਥੇ ਕੀ ਹੋਇਆ, ਇੱਥੇ x ਵੱਡੇ 'ਚ ਆ ਗਿਆ, ਥੱਲੇ ਆ ਗਿਆ ਨਾ x। ਹੁਣ ਤੁਸੀਂ ਕਿੱਦਾਂ ਕਰਨਾ ਆ, ਦੇਖੋ ਆਹ ਜਿਹੜਾ x ਹੈ ਇਹਨੇ ਇੱਧਰ ਵੀ ਗੁਣਾ ਹੋਣਾ ਹੈ ਅਤੇ ਇੱਧਰ ਵੀ ਗੁਣਾ ਹੋਣਾ ਹੈ। ਜੇ ਇੱਧਰ ਗੁਣਾ ਹੋਊਗਾ ਤਾਂ ਘਾਤ 2 ਆਏਗੀ, ਇੱਧਰ ਗੁਣਾ ਕਰਾਂਗੇ ਤਾਂ ਘਾਤ x ਇਕੱਲਾ ਆਏਗਾ। ਇਹਦਾ ਮਤਲਬ ਇਹ ਵੀ ਦੋ ਘਾਤੀ ਹੈ, ਘਾਤ 2 ਆ ਗਈ ਨਾ। ਇਸ x ਨੇ ਇੱਧਰ ਵੀ ਗੁਣਾ ਹੋਣਾ ਹੈ ਅਤੇ ਇੱਧਰ ਵੀ ਗੁਣਾ ਹੋਣਾ ਹੈ। ਇੱਧਰ ਗੁਣਾ ਕਰੇਗਾ ਤਾਂ ਘਾਤ 2 ਬਣਾਏਗਾ, ਇੱਧਰ ਕਰੇਗਾ ਤੇ ਘਾਤ 3 ਬਣਾ ਦੇਗਾ। ਇਹ ਦੋ ਘਾਤੀ ਸਮੀਕਰਨ ਹੋ ਹੀ ਨਹੀਂ ਸਕਦੀ ਕਿਉਂਕਿ ਘਾਤ 3 ਬਣ ਗਈ। ਇਸ ਤਰ੍ਹਾਂ ਸੋਚਣਾ ਆਪਾਂ। 6ਵੇਂ ਤੋਂ ਬਾਅਦ ਆਪਾਂ 7ਵੇਂ ਕੁਐਸਚਨ ਵਿੱਚ ਚੱਲਦੇ ਹਾਂ। ਕਹਿੰਦੇ ਕਿ ਦਿੱਤੀ AP ਦਾ ਸਾਂਝਾ ਅੰਤਰ, ਮੈਂ ਤੁਹਾਨੂੰ ਬਹੁਤ ਹੀ ਸੌਖੇ ਢੰਗ ਨਾਲ ਦੱਸਿਆ ਸੀ ਕਿ ਸਾਂਝਾ ਅੰਤਰ ਕਿਵੇਂ ਪਤਾ ਕਰਨਾ ਹੈ। ਦੂਜੀ ਰਕਮ ਨੂੰ ਸੇਮ ਲਿਖ ਦੇਣਾ ਜਿੱਦਾਂ ਦੀ ਹੈ, ਦੂਜੀ ਰਕਮ ਨੂੰ ਸੇਮ ਉਤਾਰ ਦੇਣਾ ਆ। ਫਿਰ ਉਸ ਤੋਂ ਬਾਅਦ ਪਹਿਲੀ ਰਕਮ ਦਾ ਸਾਈਨ ਚੇਂਜ ਕਰ ਦੇਣਾ। 3 ਪਲੱਸ ਦਾ ਹੈ ਤਾਂ ਮਾਈਨਸ ਦਾ ਲਿਖਣਾ ਬੇਟਾ। 1 ਘਟਾਓ 3 ਹੁੰਦੇ ਨੇ 2, ਪਰ ਵੱਡੀ ਰਕਮ ਮਾਈਨਸ ਦੀ ਹੈ, ਇਸ ਕਰਕੇ ਆਨਸਰ ਆਏਗਾ -2। 7ਵਾਂ ਭਾਗ ਵੀ ਕੰਪਲੀਟ। 8ਵਾਂ ਸਵਾਲ ਦੇਖੋ, x ਧੁਰੇ 'ਤੇ ਮੌਜੂਦ ਕਿਸੇ ਬਿੰਦੂ ਦੇ ਨਿਰਦੇਸ਼ਾਂਕ। ਬੇਟਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ x ਧੁਰੇ 'ਤੇ ਕੋਈ ਵੀ ਬਿੰਦੂ ਪਤਾ ਕਰਨਾ ਹੋਵੇ ਤਾਂ ਆਹ ਤਰੀਕਾ ਤੁਹਾਡਾ ਫੋਲੋ ਕਰਦਾ, ਧਿਆਨ ਨਾਲ ਸਮਝਣਾ ਹੈ। ਯਾਨੀ ਆਹ ਵਾਲਾ ਕੋਈ ਵੀ ਬਿੰਦੂ x, y ਜਿੱਦਾਂ x ਤੇ y ਹੁੰਦਾ ਹੈ। x ਧੁਰੇ 'ਤੇ ਬੇਟਾ ਜੀ x ਆਪਣੇ ਘਰੇ ਬੈਠਾ ਹੁੰਦਾ ਹੈ, y 0 ਹੁੰਦਾ ਹੈ। y ਧੁਰੇ 'ਤੇ y ਆਪਣੇ ਘਰੇ ਹੁੰਦਾ ਹੈ, x 0 ਹੁੰਦਾ ਹੈ। ਇਹਦਾ ਮਤਲਬ ਅਸੀਂ ਸਿੰਪਲ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ x ਧੁਰੇ 'ਚ y ਨਹੀਂ ਹੁੰਦਾ, ਮਤਲਬ y 0 ਹੁੰਦਾ ਹੈ, ਤਾਂ ਹੀ ਉਹਦਾ ਨਾਂ x ਧੁਰਾ ਪਿਆ ਕਿਉਂਕਿ ਉੱਥੇ ਇਕੱਲਾ x ਰਹਿੰਦਾ ਹੈ। ਅਤੇ y ਧੁਰੇ ਦੇ ਵਿੱਚ x ਦੀ ਥਾਂ 0 ਹੁੰਦਾ ਹੈ। x ਦੀ ਥਾਂ ਹਮੇਸ਼ਾ ਪਹਿਲੇ ਹੁੰਦੀ ਹੈ, y ਦੀ ਥਾਂ ਹਮੇਸ਼ਾ ਹੀ ਬਾਅਦ ਵਿੱਚ ਹੁੰਦੀ ਹੈ। ਇਹਦਾ ਮਤਲਬ x ਧੁਰੇ 'ਤੇ ਬਿੰਦੂ ਉਹੀ ਹੋਏਗਾ ਜਿਹਦਾ y ਦਾ ਖਾਨਾ 0 ਹੋਵੇ। y ਦਾ ਖਾਨਾ 0 ਹੈ, ਇਹਦਾ ਮਤਲਬ ਆਪਸ਼ਨ A ਹੋਏਗਾ। ਇਸ ਗੱਲ ਦਾ ਧਿਆਨ ਰੱਖਣਾ ਹੈ, x ਧੁਰਾ y ਧੁਰਾ ਗਲਤ ਨਹੀਂ ਕਰਨਾ ਬੇਟਾ। 9ਵੇਂ ਕੁਐਸਚਨ ਨੂੰ ਦੇਖੋ, 9ਵਾਂ ਕੁਐਸਚਨ ਆਲਰੇਡੀ ਹਾਈਲਾਈਟਡ ਹੈ ਤੁਹਾਡੇ ਸਾਹਮਣੇ। ਜਦੋਂ ਵੀ ਇੱਦਾਂ ਦਾ ਕੁਐਸਚਨ ਆਉਂਦਾ 9 ਸੈਕੰਡ ਦੀ 2 ਮਾਈਨਸ 9 tan ਦੀ 2, ਤਾਂ ਆਨਸਰ 9 ਹੋਏਗਾ ਬੇਟਾ। ਯਾਦ ਰੱਖਿਓ ਸੈਕੰਡ ਪਹਿਲਾਂ ਹੁੰਦਾ ਹੈ, tan ਬਾਅਦ ਵਿੱਚ ਹੁੰਦਾ ਹੈ। ਜੇ tan ਪਹਿਲਾਂ ਕਰ ਦਿੰਦਾ ਤਾਂ -9 ਹੋਣਾ ਸੀਗਾ, ਪਰ ਫਿਲਹਾਲ ਉਹਨੇ ਸੈਕੰਡ ਹੀ ਪਹਿਲਾਂ ਲਿਖਿਆ, ਇਸ ਕਰਕੇ ਸਾਡਾ ਆਨਸਰ ਕੀ ਹੋਏਗਾ 9 ਹੋਏਗਾ। ਦਿੱਤੀ ਤ੍ਰਿਭੁਜ ਵਿੱਚ ਸਾਈਨ A ਦਾ ਮੁੱਲ ਕੀ ਹੋਇਆ ਬੇਟਾ? ਸਾਰਿਆਂ ਨੂੰ ਪਤਾ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ।
S for sin, C for cos, T for tan। ਦਾ ਸਾਈਨ ਕੀ ਹੁੰਦਾ? P/H ਹੁੰਦਾ ਹੈ। ਤੇ P ਕਿਵੇਂ ਪਤਾ ਲੱਗਦਾ ਹੈ ਬੇਟਾ? ਦੇਖੋ ਇਹ ਇੱਥੇ ਗੱਲ ਕਿਹੜੀ ਕਰ ਰਿਹਾ? ਇਹ ਕੌਣ ਦੀ ਗੱਲ ਕਰ ਰਿਹਾ? ਆ ਹੈ ਨਾ ਇਹ। ਤੇ ਜਿਹੜਾ ਐਂਗਲ ਵਰਤ ਰਿਹਾ ਉਹਦੇ ਸਾਹਮਣੇ ਹੁੰਦਾ P, 90 ਦੇ ਸਾਹਮਣੇ ਹੁੰਦਾ H, ਤੇ ਬਚਿਆ B। ਹੁਣ ਦੱਸੋ P ਕੌਣ ਹੈ ਤੁਹਾਡੇ ਕੋਲ? P ਦੀ ਥਾਂ ਲਿਖਾਂਗੇ BC। P ਹੈ ਸਾਡੇ ਕੋਲ BC ਤੇ H ਹੈ ਸਾਡੇ ਕੋਲ AC। ਤੇ ਇਹਦਾ ਮਤਲਬ BC/AC ਤੁਹਾਡਾ ਆਨਸਰ ਹੋਏਗਾ, ਜਿਹੜਾ ਆਪਸ਼ਨ ਹੈ ਤੁਹਾਡੇ ਕੋਲ C। ਤੇ ਇਸ ਤਰ੍ਹਾਂ 10ਵਾਂ ਕੁਐਸਚਨ 20 ਨੰਬਰ ਵਾਲਾ ਸਾਡਾ ਕੰਪਲੀਟ ਹੋ ਚੁੱਕਾ ਹੈ। ਹੁਣ 11ਵੇਂ ਕੁਐਸਚਨ 'ਤੇ ਚੱਲਦੇ ਹਾਂ। 11ਵਾਂ ਕੁਐਸਚਨ ਹੈ ਗੋਲੇ ਦੀ ਸਤਹ ਦਾ ਖੇਤਰਫਲ ਤੇ ਘਨਫਲ। ਗੋਲੇ ਦੀ ਸਤਹ ਦਾ ਖੇਤਰਫਲ ਹੁੰਦਾ ਹੈ ਬੇਟਾ ਜੀ 4πr/2 ਤੇ ਘਨਫਲ ਹੁੰਦਾ ਹੈ 4/3πr3। ਇਸ ਗੱਲ ਦਾ ਧਿਆਨ ਰੱਖਣਾ ਹੈ। ਹੁਣ ਕੀ ਹੋਏਗਾ? ਦੇਖੋ ਪਾਈ ਨਾਲ ਪਾਈ ਕੱਟਿਆ ਜਾਏਗਾ, 4 ਨਾਲ 4 ਕੱਟਿਆ ਜਾਏਗਾ, ਉੱਪਰ r 2 ਨੇ ਥੱਲੇ 3 ਨੇ, ਤੇ 2r ਨਾਲ 2r ਕੱਟੇ ਜਾਣਗੇ, 1 r ਬਚ ਜਾਏਗਾ। ਹੁਣ ਬਚਿਆ ਕੀ ਹੈ ਤੁਹਾਡੇ ਕੋਲ? 3 ਬਚ ਗਿਆ। ਦੇਖੋ ਇਹ 3 ਉੱਪਰ ਜਾਏਗਾ ਪਲਟ ਕੇ, क्योंकि थले 2 रकमां ने, अब पलट के ऊपर जाएगा, 3 ऊपर आ जाएगा है ना, तो एक R बचिया थले रह जाएगा। तो ऑप्शन किहड़ी हुई? ये ऑप्शन तुहाडा आंसर आया। देख लो ध्यान नाल। सतह का खेत्रफल हुंदा है 4πr/2, घनफल नूं आयतन बोलते हैं बेटा 4/3 πr/3। इस तरह असीं हुण 12वें सवाल नूं देखते हैं। हेठ लिखियां विचों किहड़ी आकृति स्पर्श रेखा नूं दर्शाउंदी? स्पर्श मतलब जिहड़ी स्पर्श करके जावे, ये हुंदी है छेदक रेखा। याद रखियो, इसनूं की बोलदे? जिहड़ी 2 बिंदुओं नूं कट के निकल जांदी इहनूं बोलदे छेदक रेखा। ये हैगी स्पर्श रेखा, तो इहनूं कहंदे स्पर्श बिंदु। C ऑप्शन साडा बिल्कुल सही आंसर होएगा। 13वें क्वेश्चन में चलते हैं। कहंदा चित्र का अध्ययन करके हेठ लिखियां विचों सही कथन चुनो। हुण देखो ध्यान नाल समझना है। 6 ਲਈ 12 ਹੁੰਦਾ ਹੈ डबल, 6 ਦਾ ਦੁਗਣਾ 12 ਹੁੰਦਾ ਹੈ, ਬਿਲਕੁਲ ਸਹੀ ਲਿਖਿਆ ਹੈ। 3 ਵਰਗਮੂਲ 3 ਦਾ ਦੁਗਣਾ ਇੱਥੇ ਨਹੀਂ ਲਿਖਿਆ, ਇੱਥੇ ਲਿਖਿਆ ਹੈ। ਇਹਦਾ ਮਤਲਬ ਜਿਹੜਾ ਤ੍ਰਿਭੁਜ ਹੈ ਇਹਨੂੰ ਪਲਟਣਾ ਪੈਣਾ ਹੈ। ਆਪਾਂ ਤ੍ਰਿਭੁਜ ਦੁਬਾਰਾ ਬਣਾ ਲੈਂਦੇ ਹਾਂ। ਹੁਣ ਕਿਹੜਾ ਤ੍ਰਿਭੁਜ ਦੁਬਾਰਾ ਬਣਾ ਰਹੇ ਆਪਾਂ? ਇਸ ਤ੍ਰਿਭੁਜ ਨੂੰ ਕੱਟ ਕੇ ਦੁਬਾਰਾ ਬਣਾ ਰਹੇ ਹਾਂ। ਠੀਕ ਹੈ। 3 ਵਰਗਮੂਲ 3 ਸਾਨੂੰ 6 ਇੱਧਰ ਹੈ ਤੇ 3 ਵਰਗਮੂਲ 3 ਇੱਧਰ ਚਾਹੀਦਾ ਹੈ, 3.8 ਇੱਧਰ ਚਾਹੀਦਾ ਹੈ। ਤਾਂ ਹੀ ਹੋਇਆ। ਦੇਖੋ ਇਹਦਾ ਦੁਗਣਾ ਆ ਰਿਹਾ, ਇਹਦਾ ਦੁਗਣਾ ਆ ਰਿਹਾ, ਤੇ 6 ਦਾ ਦੁਗਣਾ ਆ ਰਿਹਾ। ਹੁਣ ਇੱਥੇ ਕੀ ਲਿਖਣਾ? ਦੇਖੋ ਇਸ ਬਿੰਦੂ ਤੇ ਕੀ ਆਏਗਾ? 6 ਤੇ 3 ਵਰਗਮੂਲ 3 ਦਾ ਸਾਂਝਾ ਬਿੰਦੂ, 6 ਤੇ 3 ਵਰਗਮੂਲ 3 ਦਾ ਸਾਂਝਾ ਬਿੰਦੂ ਸੀ C। ਇੱਥੇ ਆਣਾ B, ਇੱਥੇ ਆਣਾ A। ਇਹਦਾ ਮਤਲਬ P ਕੋਣ ਕਿਹਦੇ ਬਰਾਬਰ ਹੋਏਗਾ? C ਕੋਣ ਦੇ ਬਰਾਬਰ ਹੋਏਗਾ। P ਕੋਣ ਬਰਾਬਰ ਹੈ C ਕੋਣ ਹੋਏਗਾ। 13 ਕੁਐਸਚਨ ਕੰਪਲੀਟ ਹੋ ਚੁੱਕੇ ਨੇ ਸਾਡੇ ਬੇਟਾ। ਹੁਣ ਆਪਾਂ ਚੱਲਣ ਲੱਗੇ ਹਾਂ ਜੀ 14ਵੇਂ ਕੁਐਸਚਨ ਵੱਲ। ਕਿ ਕਿਸੇ ਗੇਂਦਬਾਜ਼ ਦੁਆਰਾ 10 ਕ੍ਰਿਕਟ ਮੈਚਾਂ ਵਿੱਚ ਲਈਆਂ ਗਈਆਂ ਵਿਕਟਾਂ ਦਿੱਤੀਆਂ ਗਈਆਂ ਨੇ। ਬਹੁਲਕ ਬੇਟਾ ਉਹ ਰਕਮ ਹੁੰਦੀ ਜਿਹੜੀ ਸਭ ਤੋਂ ਜ਼ਿਆਦਾ ਵਾਰੀ ਦਿਖਦੀ ਹੈ। ਦੇਖੋ 2 1 ਹੈ, 2 ਕਿੰਨੀ ਵਾਰੀ ਆ ਰਿਹਾ? 2 3 ਵਾਰੀ ਆ ਰਿਹਾ, ਤਾਂ ਇਹਦਾ ਆਂਸਰ ਸਭ ਤੋਂ ਜ਼ਿਆਦਾ ਵਾਰੀ 2 ਹੀ ਆ ਰਿਹਾ ਹੈ। ਇਸ ਕਰਕੇ ਬਹੁਲਕ ਵੀ 2 ਹੀ ਹੋਏਗਾ। 15ਵਾਂ ਕੁਐਸਚਨ ਕਰਦੇ ਹਾਂ। ਕਿਸੇ ਅਸੰਭਵ ਘਟਨਾ ਦੇ ਵਾਪਰਨ ਦੀ ਸੰਭਾਵਨਾ, ਸਾਰਿਆਂ ਨੂੰ ਪਤਾ ਜਿਹੜੀ ਚੀਜ਼ ਸੰਭਵ ਹੀ ਨਹੀਂ ਹੈ, ਅਸੰਭਵ ਹੈ, ਉਹਦੀ ਸੰਭਾਵਨਾ ਕਿੰਨੀ ਹੁੰਦੀ ਹੈ? 0। ਤੇ ਜੇ ਸੰਭਵ ਲਿਖਿਆ ਹੁੰਦਾ ਤਾਂ ਫਿਰ 1 ਹੁੰਦੀ। ठीक है बेटा। ਹੁਣ ਆਪਾਂ ਕਰਨ ਲੱਗੇ ਹਾਂ 16ਵਾਂ ਕੁਐਸਚਨ। ਜੇਕਰ ਇੱਕ ਚੱਕਰ ਦਾ ਪਰਿਮਾਪ ਮਤਲਬ 2πr ਤੇ ਖੇਤਰਫਲ ਮਤਲਬ πr/2 ਬਰਾਬਰ ਹੋ ਜਾਵੇ, ਪਾਈ ਨਾਲ ਪਾਈ ਗਿਆ, r ਨਾਲ r ਗਿਆ, ਤਾਂ r ਕਿੰਨਾ ਆ ਗਿਆ? 2। r ਦੇ ਵਿਆਸ ਕਿੰਨਾ ਹੋਏਗਾ? 2। ਯਾਦ ਰੱਖੋ ਪੱਕਾ ਆਉਣ ਵਾਲਾ ਸਵਾਲ ਹੈ ਪੇਪਰ 'ਚ। ਜੇ r ਦੇ ਵਿਆਸ ਪੁੱਛੇਗਾ ਤਾਂ 2, ਤੇ ਜੇ ਵਿਆਸ ਪੁੱਛੇਗਾ ਤਾਂ 4। ਇਸ ਤਰ੍ਹਾਂ ਸਾਡੇ 16 MCQs 16 ਨੰਬਰ ਦੀ ਤਿਆਰੀ ਹੋ ਚੁੱਕੀ ਹੈ ਇਸ ਵੀਡੀਓ ਦੇ ਵਿੱਚ। ਹੁਣ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ, ਜਿਹਦੇ ਵਿੱਚ ਅਸੀਂ ਕੁਐਸਚਨ ਦੂਜਾ, ਜਿਹਦੇ ਵਿੱਚ ਹੁਣ ਸਹੀ ਜਾਂ ਗਲਤ ਵਾਲੇ ਸਵਾਲ ਹੋਣਗੇ 8, ਉਹ ਕਰਾਂਗੇ। ਪਹਿਲਾ ਕੁਐਸਚਨ ਜੀ ਸਹੀ ਜਾਂ ਗਲਤ ਵਾਲਾ। ਸਮੀਕਰਨ y ਬਰਾਬਰ -3 ਦਾ ਆਲੇਖ ਇੱਕ ਰੇਖਾ ਹੈ ਜੋ x ਧੁਰੇ ਦੇ ਸਮਾਂਤਰ ਹੁੰਦੀ ਹੈ। बेटा बिल्कुल सही। याद रखियो y बराबर समथिंग कुछ भी आ जाए, y बराबर कुछ भी लिखा आ जाए पर x ना हो इस सवाल दे विच। मतलब जे एक पूरी रकम दे विच x मिसिंग है तो x धुरे दे समांतर बन रही है। जिहड़ी चीज़ मिस होंदी है ना, जिहड़ी चीज़ नहीं दिख रही उन्होंने x दिख रहा नहीं, ਇਹਦਾ मतलब जिहड़ा ਇਹਦਾ ग्राफ बनेगा, आलेख बनेगा, वो x धुरे दे समांतर है, इसी करके x नहीं दिस रहा। जेकर यही क्वेश्चन चेंज कर दईए असीं x बराबर 3 कर देंगे तो फिर ये जिहड़ी रकम सी ਇਹਦਾ ਜਿਹੜਾ आलेख सीगा ਇਹਦੇ ਵਿੱਚ y नहीं दिख रहा, ਇਹਦਾ मतलब आलेख y ਧੁਰੇ ਦੇ समांतर होवेगा। फिलहाल साडे कोल रकम नहीं है, साडे कोल रकम है y बराबर समथिंग, ਜਿਹਦੇ ਵਿੱਚ x नहीं दिस रहा। ਇਹਦਾ मतलब ਇਹਦਾ आलेख हमेशा x ਧੁਰੇ ਦੇ समांतर बनूगा, जो कि ये भी यही कह रहा है। ਇਹਦਾ मतलब ये सही कह रहा है बेटा।
उम्मीद है ਤੁਹਾਨੂੰ ਪਹਿਲਾ ਸਵਾਲ ਸਮਝ ਆ ਗਿਆ ਹੋਵੇਗਾ, ਕਿਉਂਕਿ ਪੇਪਰ ਦੇ ਵਿੱਚ ਬੋਰਡ ਦੇ ਪੇਪਰ ਦੇ ਵਿੱਚ ਕੁਛ ਨਾ ਕੁਛ ਚੇਂਜਸ ਕਰ ਦਿੰਦੇ ਆ। ਹੋ ਸਕਦਾ ਕਿ ਉਹ x ਬਰਾਬਰ -3 ਕਰ ਦੇਣ ਅਤੇ ਤੁਸੀਂ ਫਿਰ ਸਹੀ ਕਰਕੇ ਆ ਜਾਓ। ਬੇਟਾ x ਦਿਸ ਰਿਹਾ ਹੈ ਤਾਂ y ਤੁਰੇ ਦੇ ਸਮਾਂਤਰ, y ਦਿਸ ਰਿਹਾ ਹੈ ਤਾਂ x ਤੁਰੇ ਦੇ ਸਮਾਂਤਰ। ਦੂਜਾ ਭਾਗ ਕਰਦੇ ਹਾਂ। ਦੂਜੇ ਕੁਐਸਚਨ 'ਚ ਕਹਿੰਦਾ ਜੇਕਰ ਸਮੀਕਰਨ ਦੇ ਮੂਲ ਸਮਾਨ ਹੋਣ ਤਾਂ d 0 ਤੋਂ ਵੱਡਾ ਤੇ ਬਰਾਬਰ ਹੁੰਦਾ ਹੈ। ਗਲਤ ਬੇਟਾ ਜੀ, ਯਾਦ ਰੱਖਿਓ। ਤੁਹਾਨੂੰ ਮੈਂ 3 ਫਾਰਮੂਲੇ ਯਾਦ ਕਰਾਏ ਸੀਗੇ। देखो बड़ा फार्मूले तुहानूं याद रखने हैं कि जे डी दे नाल 0 सिर्फ ग्रेटर का निशान लगा, कल्ला ग्रेटर का, फिर वास्तविक ते वख-वख हुंदा है, वख-वख। जे बराबरे का निशान लग्या पर वड्डे का नहीं लगा तो मूल वास्तविक ते समान हुंदा है। जे 0 तो छोटा है तो वास्तविक नहीं, लेकिन जे 0 के बराबर भी लगा है तो ग्रेटर भी लगा जिवें इत्थे लगा सीगा तो मूल सिर्फ वास्तविक हुंदे ने, ना वख-वख ते ना ही समान। कल्ला वास्तविक आना चाहिए सीगा, इत्थे समान वर्ड आ गया, इसका मतलब ये गलत हो गया क्योंकि समान वास्ते डी बराबर 0 चाहिए सीगा। हुण भाग तीजा करन लगे हां। देखो जी कहते हैं कि जे nवां पद दिता होवे तो 10वां पद 40 होवेगा। आपां चेक कर लें। देखो nवां पद मैं लिख लिया, हुण आपां 40वां पद करना है तो ए एन की थां 40 भरांगे, 10 भरांगे। 10वां पद पता करना ना, तो 3 जमा 4 गुणा 10। पहला बेटा जी गुणा होंदी है, 3 जमा 40 आंसर आया 43। ये की कह रहा है 40, इसका मतलब ये भी गलत कह रहा है। चौथा भाग करन लगे बेटा। चौथा भाग कहता है कि P बिंदु की मूल बिंदु तो दूरी 5 इकाई है। ये तो बेटा पता करनी पैनी है। तो हुण किवें पता करनी है, उसका एक फार्मूला तुहानूं दे रहे हैं, देखो ध्यान नाल। किसी भी बिंदु की मूल बिंदु तो दूरी कढ़नी होवे तां फार्मूला है वर्गमूल। जिहड़ा बिंदु दिता है पहली रकम की घात 2 जमा दूजी रकम की घात 2। सानूं बिंदु दिता गया है 3 ते 4। इसका मतलब की करांगे असीं, तो आपां की करांगे 3 की घात 2 जमा 4 की घात 2। ਹੁਣ ਬੱਚੇ ਘਾਤ 2 'ਚ ਬਹੁਤ ਗਲਤੀ ਕਰਦੇ ਆ, ਇਸ ਕਰਕੇ ਤੁਸੀਂ ਪਹਿਲਾਂ 3 ਨੂੰ 2 ਵਾਰ ਲਿਖਣਾ ਹੈ, ਫਿਰ 4 ਨੂੰ 2 ਵਾਰ ਲਿਖਣਾ ਹੈ। 3 ਤੀਆ 9, 4 ਚੌਕੇ 16, ਵਰਗਮੂਲ 'ਚ 25 ਦਾ ਵਰਗਮੂਲ ਹੁੰਦਾ ਹੈ 5। ਤੇ ਉਹਨੇ ਵੀ ਤਾਂ 5 ਹੀ ਲਿਖਿਆ ਸੀਗਾ। ਇਟ ਮੀਨਸ ਉਹਨੇ ਬਿਲਕੁਲ ਸਹੀ ਜਵਾਬ ਦਿੱਤਾ ਹੈ। ਇਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਉਹ ਕੁਐਸਚਨ ਸਹੀ ਹੈ ਜਾਂ ਗਲਤ ਹੈ। ਸਵਾਲ ਤਾਂ ਕੱਢਣਾ ਹੀ ਪੈਣਾ ਨਾ ਬੇਟਾ। ਪੰਜਵਾਂ ਭਾਗ, किसी भी कोण ए दे लई साइन ए 4/3 होवेगा। बेटा कदे भी साइन दे मुल विच जां कॉज दे, साइन आ जाए कॉज आ जाए, उपरली रकम वड्डी नहीं हो सकती। जे उपरली रकम वड्डी है तो सीधा ही गलत कर देना, सोचना ही नहीं कुछ भी। चाहे साइन होवे चाहे कॉज होवे, टैन विच उपरली वड्डी हो सकती है बेटा, साइन ते कॉज दे विच उपरली रकम वड्डी नहीं हो सकती। 6वां क्वेश्चन करते हैं। जेकर शंकु का आधार ते उचाई सिलेंडर के आधार ते उचाई के बराबर होवे तां उन्हां दे घनाफलां दे विचकार अनुपात 3:1 होवेगा। शंकु का खेत्रफल हुंदा है बेटा 1/3, इधर लिख देने बेटा 1/3 पाई आर की घात 2 ते एच, ते सिलेंडर का हुंदा है पाई आर की 2h। तो जे सारा कुछ बराबर है तो बिल्कुल सही कह रहा है ना, 1/3 ही बचना तुहाडे कोल सिर्फ। तो भी यही कह रहे पर उन्हें तो कहता 3:1 है ना। शंकु दे उचाई ते सिलेंडर उचाई के बराबर होवे तो उन्हां दे घनफलां ते, पहला गल शंकु की हो रही है तो पहला शंकु लिखांगे, फिर सिलेंडर की हो रही है फिर सिलेंडर लिखांगे। इसका मतलब वो गलत कह रहे हैं, अनुपात होना सी 1:3, गलत हो गया। हुण 7वां क्वेश्चन देखो। हमेशा किसी चीज़ के होने की संभावना तो बाहर लगा ना होने की संभावना 1 होंगी है। ये की कह रहा है 0, होनी की चाहिए सी 1, ये भी गलत कह रहे हैं। 8वें भाग में चलते हैं। चक्कर दे आ चक्कर है तो अंदरूनी किसी बिंदु तो चक्कर नूं 2 स्पर्श रेखावां खिंचिया सकदियां। बेटा गलत, बाहरी बिंदु तो खिंचिया जा सकदियां, अंदरले बिंदु तो स्पर्श रेखावां खिंचिया ही नहीं जा सकदियां। तो इस तरह असी 8 सही तो गलत क्वेश्चनस भी कंप्लीट किए हैं। मतलब साड़ी जी तैयारी है हुण 16 जमा 8, 24 नंबर की तैयारी असी इस वीडियो के विच कर चुके हैं। हजे 24 की होर करनी है, ध्यान देखना है। तीजा क्वेश्चन शुरू करन लगे हैं खाली थावां वास्ते। लो जी, पहला खाली थावां तुहाडे सामने आ गया जी। जदों 2 समीकरणों के आलेख आपस में कट्टन तो समीकरणों का जोड़ा डैश होवेगा।
ਜਦੋਂ ਦੋ ਸਮੀਕਰਨਾਂ ਦਾ ਜੋੜ ਆਪਸ 'ਚ ਕੱਟਦਾ ਹੈ ਬੇਟਾ ਤਾਂ ਉਹਦਾ ਹੱਲ ਨਿਕਲ ਜਾਂਦਾ ਹੈ। ਹੱਲ ਨਿਕਲਣ ਦਾ ਮਤਲਬ ਹੈ ਸੰਗਤ। ਹੱਲ ਜਿਹਦਾ ਹੱਲ ਨਿਕਲਦਾ ਉਹਨੂੰ ਸੰਗਤ ਕਹਿੰਦੇ ਆ, ਜਿਹਦਾ ਹੱਲ ਨਹੀਂ ਨਿਕਲਦਾ ਉਹਨੂੰ ਅਸੰਗਤ ਕਹਿੰਦੇ ਆ। ਇਸ ਗੱਲ ਦਾ ਧਿਆਨ ਰੱਖਣਾ ਹੈ ਅਤੇ ਇਸ ਕਰਕੇ ਇਸ ਨੂੰ ਸੰਗਤ ਬੋਲਾਂਗੇ। ਦੂਜਾ ਭਾਗ ਹੈ ਸਾਰੇ ਵਰਗ ਡੈਸ਼ ਹੁੰਦੇ ਹਨ। ਬੇਟਾ ਸਾਰੇ ਵਰਗ ਦੇਖੋ, ਇੱਕ ਵਰਗ ਛੋਟਾ ਹੋ ਸਕਦਾ ਹੈ, ਇੱਕ ਵਰਗ ਵੱਡਾ ਹੋ ਸਕਦਾ ਹੈ, ਲੇਕਿਨ ਵਰਗ ਦੇ ਸਾਰੇ ਕੋਣ ਬਰਾਬਰ ਹੁੰਦੇ ਨੇ 90 90 90 90। ਇਸ ਕਰਕੇ ਸਮਰੂਪ। ਸਰਬੰਗ ਸਮ ਨਹੀਂ ਕਹਿਣਾ, ਕਿਉਂਕਿ ਸਰਬੰਗ ਸਮ ਦੇ ਵਿੱਚ ਭੁਜਾਵਾਂ ਵੀ ਸੇਮ ਹੁੰਦੀਆਂ ਨੇ, ਪਰ ਵਰਗ ਦੀ ਭੁਜਾਵਾਂ ਸੇਮ ਹੋਣਗੀਆਂ, ਵਰਗ ਛੋਟੇ ਵੱਡੇ ਹੋ ਸਕਦੇ ਨੇ। ਇਸ ਕਰਕੇ ਸਮਰੂਪ ਆਏਗਾ ਬੇਟਾ ਜੀ। ਬਰਾਬਰ ਵੀ ਨਹੀਂ ਪਾਉਣਾ, ਬੱਚੇ ਬਰਾਬਰ ਲਿਖ ਦਿੰਦੇ ਆ। ਤੀਜਾ ਭਾਗ, ਜੇਕਰ ਰੇਖਾਖੰਡ AB ਦਾ ਮੱਧਬਿੰਦੂ M ਹੈ ਤਾਂ AM ਅਤੇ BM ਦਾ ਅਨੁਪਾਤ ਹੁੰਦਾ ਹੈ 1:1, ਕਿਉਂਕਿ ਇੱਕ ਡੱਬਾ ਪਿੱਛੇ ਇੱਕ ਡੱਬਾ ਅੱਗੇ ਹੈ। ਡੀ ਆਪਸ਼ਨ ਯਾਦ ਰੱਖਣਾ, ਮੱਧ ਬਿੰਦੂ ਹਮੇਸ਼ਾ ਰੇਖਾਖੰਡ ਨੂੰ 1:1 ਵਿੱਚ ਵੰਡਦਾ ਹੈ। ਹੁਣ ਚੌਥਾ ਭਾਗ ਦੇਖੋ, ਬਹੁਤ ਹੀ ਸੌਖਾ ਹੈ। ਕੋਟ ਦੀ ਘਾਤ 2 + 1 ਪੁੱਛ ਰਿਹਾ ਬੇਟਾ, ਅਤੇ ਕੋਟ ਦੀ ਘਾਤ 2 ਯਾਦ ਰੱਖਿਓ, C ਵਾਲੇ ਦੇ ਨਾਲ ਜੇ ਘਾਤ 2 ਲੱਗੀ ਹੈ ਤਾਂ C ਵਾਲਾ ਹੀ ਆਨਸਰ ਆਉਣਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। COT ਕੋਟ ਦੇ ਨਾਲ ਜੇ ਘਾਤ 2 ਲੱਗੀ ਹੈ ਤਾਂ COSEC ਕੋਸੀਕੈਂਟ ਆਉਂਦਾ ਹੈ। ਕੌਜ਼ ਨਹੀਂ ਆਏਗਾ, 3 ਅੱਖਰ ਹੈ ਨਾ, ਇੱਕ COT ਅਤੇ 3 ਅੱਖਰ ਦਾ ਆਨਸਰ ਨਹੀਂ ਹੋਣਾ। COT ਕੋਟ ਦੇ ਨਾਲ ਕੋਸੀਕੈਂਟ ਆਉਣਾ ਹੈ। ਇਹ ਤੁਹਾਨੂੰ ਯਾਦ ਰੱਖਣਾ ਪਏਗਾ। ਫਾਰਮੂਲੇ ਨੇ, ਫਾਰਮੂਲੇ ਮੈਂ ਆਪਣੀ ਵੀਡੀਓ ਦੇ ਵਿੱਚ ਯਾਦ ਕਰਾਏ ਹੋਏ ਨੇ, ਜਦੋਂ ਚੈਪਟਰ ਦੀ ਵੀਡੀਓ ਦੇਖੋਗੇ ਮੇਰੀ ਤੁਸੀਂ। ਆਪਾਂ ਹੁਣ 5ਵੇਂ ਕੁਐਸਚਨ ਵੱਲ ਚੱਲੇ ਹਾਂ। 5ਵੇਂ ਕੁਐਸਚਨ ਕਹਿੰਦਾ ਹੈ ਕਿ ਅਰਧਵਿਆਸ R ਵਾਲੇ ਚੱਕਰ ਦੇ ਅਰਧਵਿਆਸੀ ਖੰਡ ਦਾ ਖੇਤਰਫਲ ਦਾ ਫਾਰਮੂਲਾ। ਬੇਟਾ ਅਰਧਵਿਆਸੀ ਖੰਡ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ, ਯਾਦ ਰੱਖੋ, ਪਾਈ R/2 ਥੀਟਾ ਸਾਡੇ ਕੋਲ P ਹੈ ਬਟਾ 360। ਪਹਿਲਾਂ ਤਾਂ ਦੇਖੋ ਇੱਥੇ 360 ਹੈ, ਪਰ R ਦੀ ਘਾਤ 2 ਨਹੀਂ ਹੈ, ਇਹ ਨਹੀਂ ਆਨਸਰ ਹੋ ਸਕਦਾ। ਇੱਥੇ 360 180 ਹੋ ਹੀ ਨਹੀਂ ਸਕਦਾ, ਇੱਥੇ 180 ਹੋ ਹੀ ਨਹੀਂ ਸਕਦਾ, ਇੱਥੇ 720 ਹੈ, ਪਰ ਸਾਨੂੰ ਤਾਂ ਚਾਹੀਦਾ 360 ਹੈ। ਧਿਆਨ ਨਾਲ ਦੇਖੋ, 2 ਨਾਲ ਕੱਟ ਕੇ 360 ਹੀ ਬਣੇਗਾ। ਜਾਣ ਕੇ ਉਹ ਤੁਹਾਨੂੰ ਤੰਗ ਕਰ ਰਿਹਾ, ਆਪਸ਼ਨ ਡੀ ਹੋਣਾ ਹੈ। ਯਾਦ ਰੱਖਣਾ 360 ਤੋਂ ਘੱਟ ਨਹੀਂ ਸਕਦਾ, ਵੱਧ ਸਕਦਾ ਹੈ, ਠੀਕ ਹੈ। ਇਸ ਕਰਕੇ 720 ਵਾਲਾ ਸਾਡਾ ਆਨਸਰ ਆਇਆ। ਇਹ ਕਿਉਂ ਨਹੀਂ ਆਇਆ, ਕਿਉਂਕਿ R ਦੇ ਉੱਪਰ ਘਾਤ 2 ਨਹੀਂ ਸੀਗੀ। ਧਿਆਨ ਰੱਖਣਾ ਇਸ ਗੱਲ ਦਾ। R ਵੱਡੀ ਦਿੱਤੀ ਹੋਈ ਹੈ, R ਵੱਡੀ ਲਿਖਣੀ ਹੈ। ਉਮੀਦ ਹੈ ਸਮਝ ਆ ਰਿਹਾ ਤੁਹਾਨੂੰ। ਆਪਾਂ 6ਵੇਂ ਕੁਐਸਚਨ ਵੱਲ ਚੱਲਦੇ ਹਾਂ। ਦਿੱਤੇ ਹੋਏ ਚਿੱਤਰ ਵਿੱਚ ਖਿਡੌਣਾ ਡੈਸ਼ ਅਤੇ ਡੈਸ਼ ਦੇ ਸੰਯੋਜਨ ਨਾਲ ਪ੍ਰਾਪਤ ਹੋਇਆ। ਬੇਟਾ ਇੱਕ ਕੀ ਹੈ, ਇਹਨੂੰ ਕਹਿੰਦੇ ਆਪਾਂ ਅਰਧਗੋਲਾ, ਅਤੇ ਇਹ ਕੀ ਹੈ, ਸ਼ੰਕੂ। ਦੇਖੋ ਸ਼ੰਕੂ ਤੇ ਗੋਲਾ ਨਹੀਂ, ਸ਼ੰਕੂ ਤੇ ਅਰਧਗੋਲਾ, ਬਿਲਕੁਲ ਠੀਕ। 6 ਕੁਐਸਚਨ ਹੋ ਚੁੱਕੇ ਨੇ। ਹੁਣ ਆਪਾਂ 7ਵਾਂ ਅਤੇ 8ਵਾਂ ਕੁਐਸਚਨ ਕਰਾਂਗੇ, ਧਿਆਨ ਨਾਲ ਦੇਖਣਾ ਹੈ। 7ਵੇਂ ਕੁਐਸਚਨ ਕਹਿੰਦਾ ਨਿਮਨ ਵਿੱਚੋਂ ਡੈਸ਼ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ। ਬਹੁਤ ਹੀ ਇੰਪੋਰਟੈਂਟ ਸਵਾਲ, ਪੱਕਾ ਆਉਣ ਵਾਲਾ ਸਵਾਲ ਹੈ ਬੇਟਾ ਜੀ। ਮੱਧਮਾਨ ਅਸੀਂ ਪੜ੍ਹਦੇ ਹਾਂ, ਮੱਧਿਕਾ ਅਸੀਂ ਪੜ੍ਹਦੇ ਹਾਂ, ਬਹੁਲਕ ਪੜ੍ਹਦੇ ਹਾਂ। ਵਿਚਰਨ ਸੀਮਾ ਜਿਹੜਾ ਹੈ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ। ਅਤੇ 8ਵਾਂ ਸਵਾਲ ਦੇਖੋ, ਇੱਕ ਸਿੱਕੇ ਨੂੰ, ਜਦੋਂ ਵੀ ਇੱਕ ਸਿੱਕੇ ਨੂੰ ਉਛਾਲਿਆ ਜਾ ਰਿਹਾ, ਇੱਕ ਸਿੱਕੇ ਨੂੰ, ਤੇ ਚਾਹੇ ਚੇਤਾ ਆਉਣ ਦੀ ਸੰਭਾਵਨਾ ਪੁੱਛੇ, ਚਾਹੇ ਪੱਟ ਆਉਣ ਦੀ ਸੰਭਾਵਨਾ ਪੁੱਛੇ, ਆਨਸਰ ਹਮੇਸ਼ਾ 1/2 ਹੀ ਹੋਏਗਾ। ਅਤੇ ਇਸ ਤਰ੍ਹਾਂ ਬੇਟਾ ਜੀ ਤੁਸੀਂ ਅੱਜ, ਪਹਿਲਾਂ ਆਪਾਂ 24 ਦੀ ਕੀਤੀ ਸੀ, ਹੁਣ ਆਪਾਂ 16 + 8 + 8, ਹੁਣ ਆਪਾਂ ਇਸ ਵੀਡੀਓ ਦੇ ਵਿੱਚ 32 ਨੰਬਰ ਤਿਆਰ ਕਰ ਚੁੱਕੇ ਹਾਂ। ਅਤੇ ਹੁਣ ਰਹਿ ਗਏ ਸਾਡੇ ਇਸ ਵੀਡੀਓ ਦੇ ਵਾਸਤੇ 16 ਨੰਬਰ ਹੋਰ। 48 ਨੰਬਰ ਦੀ ਤਿਆਰੀ ਕਰਨੀ ਸੀ ਆਪਾਂ ਇਸ ਵੀਡੀਓ ਦੇ ਵਿੱਚ, ਅਤੇ ਹੁਣ ਆਪਾਂ ਅਗਲੇ 16 ਨੰਬਰ ਦੀ ਤਿਆਰੀ ਕਰਨ ਜਾ ਰਹੇ ਹਾਂ। ਭਾਗ ਐੜਾ ਸ਼ੁਰੂ ਕਰਕੇ 2 ਨੰਬਰ ਵਾਲੇ ਕੁਐਸਚਨ ਹੋਣਗੇ ਬੇਟਾ ਉਹ। ਪਹਿਲਾ ਕੁਐਸਚਨ 2 ਨੰਬਰ ਵਾਸਤੇ ਦੇਖੋ, ਅਭਾਜ ਗੁਣਨਖੰਡ ਵਿਧੀ ਦੁਆਰਾ 96 ਤੇ 404 ਦਾ ਮਾਸਾਵਾ ਜਾਂ HCF ਪਤਾ ਕਰੋ। ਹੁਣ ਧਿਆਨ ਨਾਲ ਦੇਖਣਾ ਹੈ, ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ 96 ਤੇ 404 ਦੇ ਕੀ ਬਣਾਉਣੇ ਆ, ਗੁਣਨਖੰਡ ਬਣਾਉਣੇ ਆ। ਸਭ ਤੋਂ ਪਹਿਲਾਂ ਆਪਾਂ 96 ਦੇ ਗੁਣਨਖੰਡ ਬਣਾਵਾਂਗੇ। ਦੇਖੋ ਅਖੀਰ 'ਚ 6 ਹੈ ਅਤੇ 2 ਨਾਲ ਭਾਗ ਕਰਾਂਗੇ। ਤੁਸੀਂ 96 ਨੂੰ 2 ਨਾਲ ਭਾਗ ਕਰਕੇ ਦੇਖੋ, ਤੁਹਾਡੇ ਕੋਲ 48 ਆਏਗਾ। ਤੁਸੀਂ ਭਾਗ ਕਰਕੇ ਵੀ ਕਰ ਸਕਦੇ ਹੋ, ਜੇ ਸਿੱਧਾ ਪਤਾ ਤਾਂ ਵੀ ਲਿਖ ਸਕਦੇ ਹੋ। ਫਿਰ 2 ਨਾਲ ਭਾਗ ਕੀਤਾ 48 ਨਾਲ 24 ਆ ਜਾਏਗਾ। ਫਿਰ 2 ਨਾਲ ਭਾਗ ਕੀਤਾ 12 ਆ ਜਾਏਗਾ। ਫਿਰ 2 ਨਾਲ ਭਾਗ ਕੀਤਾ 6 ਆ ਜਾਏਗਾ। ਫਿਰ 2 ਨਾਲ ਭਾਗ ਕੀਤਾ 3 ਆ ਜਾਏਗਾ, ਅਤੇ 3 ਤਾਂ ਬੇਟਾ 3 ਦੇ ਪਹਾੜੇ 'ਤੇ ਹੀ ਜਾਏਗਾ। ਇਸੇ ਤਰ੍ਹਾਂ 404 ਦੇ ਅਖੀਰ 'ਚ ਵੀ 4 ਹੈ, ਜਿਸ ਸੰਖਿਆ 2 ਨਾਲ ਹੀ ਭਾਗ ਕਰਨੀ ਹੈ, 202 ਆ ਗਿਆ ਬੇਟਾ। ਫਿਰ 2 ਨਾਲ ਭਾਗ ਕਰਤੀ ਆ ਗਿਆ 101। ਅਤੇ ਇਸ ਤਰ੍ਹਾਂ ਅਸੀਂ 4 ਦੇ ਵੀ ਗੁਣਨਖੰਡ ਬਣਾ ਲਏ, ਕਿਉਂਕਿ 101 ਹੁਣ ਕਿਸੇ ਹੋਰ ਪਹਾੜੇ 'ਤੇ ਨਹੀਂ ਜਾ ਰਿਹਾ। ਹੁਣ ਤੁਸੀਂ 96 'ਚ ਲਿਖ ਲਿਆ ਬੇਟਾ। ਦੇਖੋ ਜੀ 1 2 3 4 5 ਵਾਰੀ 2,
ਤੇ ਇੱਕ 3 ਤੇ 404 ਦੇ ਗੁਣਨਖੰਡ 'ਚ 2 ਵਾਰੀ 2 ਤੇ 101। ਹੁਣ ਤੁਸੀਂ ਕਰਨਾ ਹੈ ਸੇਮ ਅੱਖਰ ਨੂੰ ਸਰਕਲ ਕਰਨਾ ਤੇ ਜੋੜਨਾ ਹੈ। ਦੇਖੋ ਤੇ ਇੱਥੇ ਆਂਸਰ 'ਚ ਲਿਖ ਦੇਣਾ 2, ਠੀਕ ਹੈ ਨਾ। ਫਿਰ ਇਹਦੇ ਨਾਲ ਸੇਮ ਆ ਮਿਲ ਗਿਆ, ਇਹਨੂੰ ਜੋੜ ਲਿਆ ਤੇ ਆਂਸਰ ਲਿਖ ਲਿਆ 2। ਹੋਰ ਕੋਈ ਸੇਮ ਮਿਲ ਰਿਹਾ? ਨਹੀਂ ਮਿਲ ਰਿਹਾ। ਇਹਦਾ ਮਤਲਬ ਤੁਹਾਡਾ देखो 2 कॉमन का 2 लिख लिया, एक होर 2 के जोड़े का 2 लिख लिया, होर कोई भी कॉमन नहीं है, इस करके HCF कितना आ गया 2 2 ज़ा 4। तो इस तरह तुहाडा ये 2 नंबर का क्वेश्चन खत्म भी हो गया बेटा। समझ लग गया? जदों भी HCF कटना है, मासावा कटना है, तुसीं दोनों के गुणनखंड बनाने हैं तो फिर सांझे लभने हैं कि इत्थे भी 2 इत्थे भी 2, एक सांझा 2 लिख लिया, इत्थे भी 2 इत्थे भी 2, एक सांझा 2 लिख लिया, होर कोई भी सांझा नहीं है, इस करके 2 दूनी 4 आंसर आ गया। ਹੁਣ ਆਪਾਂ अगला 2 नंबर वाला क्वेश्चन करते हैं। अगला सवाल 2 नंबर वास्ते एक 2 घाती बहुपद पता करो जिसके शिफरां का जोड़फल ते गुणनफल दिता होया है। बहुत ही इंपॉर्टेंट सवाल और मेरे अकॉर्डिंगली पक्का आने वाला सवाल है बेटा। बोर्ड के पेपर के पक्का ही आएगा बेटा ये सवाल, रकम चेंज हो सकती है। देखो जी 2 घाती बहुपद पता करो जिसके शिफरां का जोड़फल, शिफरां के जोड़फल नूं बोलते हैं बेटा जी S, तो गुणनफल नूं बोलते हैं P। तो S कितना है -3 तो P कितना है 2, याद रखना है। तो 2 घाती समीकरण का फार्मूला हुंदा है x की घात 2 माइनस SX जमा P, बस इन्ना जा फार्मूला बेटा। हुण तुसीं करना किद्दां है, ये फार्मूला तुसीं याद किया होया, S के थल्ले एरो लगानी है, P के थल्ले एरो लगानी है, तो S के थल्ले लिख देना है -3, P के थल्ले 2। ਹੁਣ ਕੀ लिखना देखो x की घात 2, ए वाला माइनस तो ए वाला माइनस मिल के बन गए प्लस, लगा 3 नाल जरूर लिखना है बेटा जी वाला x, फिर दोनों प्लस देने प्लस ही रहेगा, p की थां की लिखना है 2। हुण s नहीं लिखना, p नहीं लिखना, ये तुहाडा आ गया आंसर। 2 नंबर पूरे हो गए बेटा। याद रखो जदों भी 2 घाती बहुपद पता करनी है तो शिफरां का जोड़फल जिन्हों s बोलते हैं तो गुणनफल जिसनों p बोलते हैं दिता है, तो समीकरण का फार्मूला लिख के S के थल्ले S की वैल्यू, P के थल्ले P की वैल्यू लिखनी है। फिर निशान देखो 2 माइनस के निशान प्लस बन गए, तो S की थां ते 3 लिख लिया, नाल X जमा 2। हो उम्मीद है समझ आया होगा तुहानूं 5वां क्वेश्चन। हुण आपां 6वां क्वेश्चन करन लगे हैं। तो 6वां क्वेश्चन तीजे चैप्टर वास्ते है, दिते समीकरण जोड़े नूं हल करो। इहनूं आपां किसी भी मैथड नाल हल कर सकते हैं। विलोपन विधि सब तो बेस्ट विधि है। जेकर तुहानूं विलोपन विधि बारे अजे नहीं पता तो तुसीं मेरे चैनल ते 3rd चैप्टर च मैं बेटा चैनल ते 1st चैप्टर ओनली इन 1 वीडियो, 2nd चैप्टर ओनली इन 1 वीडियो, इस तरह 3rd 4th 5th सारे चैप्टर ओनली इन 1 वीडियो मेरे चैनल ते अवेलेबल ने। इक्को ही वीडियो देखने नाल तुहानूं पूरे चैप्टर का ब्रीफ मिल जाएगा। तो जेकर तुहानूं मेरे चैनल ते विजिट करके वो वीडियोज़ मिल जांदियां ने तो दैट्स वैल एंड गुड। अदरवाइज तुसीं मैनूं इस नंबर ते मैसेज कर सकते हो। तो मिशन 100% वास्ते वो वीडियोज़ बहुत ही लाभदायक ने। तुसीं मैनूं WhatsApp ते वीडियोज़ मंगा सकते हो फ्री ऑफ कॉस्ट। तुसीं अपना नाम, स्कूल नेम ते अपना फ़ोन नंबर लिख के, क्लास लिख के, जो भी मटीरियल तुहानूं चाहिए है रिगार्डिंग 6 to लेके 10th तक मैथ विषय लई मंगवा सकते हो। हुण आपां तीजा क्वेश्चन करन लगे। 6वां क्वेश्चन जिहड़ा है ध्यान नाल देखियो। देखो बेटा सानूं 2 समीकरण दित्तियां होईयां, असीं लिख लईआं ने। सब तो पहले देखो x के नाल 1 लगा बेटा, ठीक है, तो इधर y के नाल इधर भी 3 है तो इधर भी 3 है, तो पहला ही गुणांक बराबर ने। जेकर किसी x के या y के गुणांक पहला तो ही बराबर ने तो फिर सानूं गुणांक बराबर करने की लोड़ नहीं होंदी, ठीक है ना। हुण सवाल ये उठता है कि साइन चेंज करने हैं जो नहीं करने हैं। जेरी रकम बराबर ने, जे वो वखरे वखरे निशाना दे, एक प्लस का एक माइनस का, फिर साइन चेंज नहीं करने बेटा। इत्थे बच्चे बहुत गलतियां करते हैं। सीधे कट्टे गए, एक भी प्लस का 2 भी का कितने आ गए 3x, 12 ते 5 हो गए 17, तो x के बराबर आ गया 17/3 थे बेटा। घबराना नहीं, बटे च रकम आंसर आ जाता है, कोई गल नहीं, आ जाते हो। हुण आपां ये जिहड़ी वैल्यू आई है ये आपां पहली समीकरण दे विच भरनी है। ध्यान नाल देखो किद्दां भरन लगा, मैं इत्थे ही भर रहा। पहली समीकरण पहले दोबारा लिख लीए, देखो मैं दोबारा लिख लीए, x की थां ते लिखता 17/3 जमा 3y बराबर 5। हुण इस 3 नूं की करिए बेटा, ये 3 बेटा इत्थों उठ जाएगा तो ये हर एक नाल गुणा करेगा,
इस 17 ਨਾਲ नहीं गुणा करेगा, ये 3 बाकी सारे ना गुणा करूगा पर अपने ऊपर वाली रकम ना गुणा नहीं करेगा। तो की आया 17 तो 17 ही रह गया, 3 तिया 9y, 3 पंजे 15। आई गल समझ। हुण देखो, हुण 9y इधर ही रह गया, 15 17 उत्थे जाके माइनस हो गया, 15 चों 17 घटाए -2 तो y कितना आ गया -2/9। ये तुहाडा की आया जी आंसर। x भी निकल गया तो y भी निकल गया। असीं समीकरण जोड़े नूं हल करना सी, x ते y पता करना सीगा। 2 नंबर जे तुसीं x पता किया 1 नंबर मिलेगा, y पता किया फिर 1 नंबर मिलेगा, तो 2 मिलने आ। तो जेकर x सही निकलिया तो y च गलती हो जाती है, तो भी तुहानूं 1 नंबर तो मिलना ही मिलना है। तो 6वां क्वेश्चन उम्मीद है समझ आई होगी। विलोपन विधि। 7वें क्वेश्चन पर चलते हैं। दिते चित्र देखो सामने एक डायग्राम दिता है, एक्स का मूल पता करना है जेकर डी समांतर बी सी होवे। तो देखो ये डायग्राम तुसीं ध्यान नाल देखो, साडे कोल एक सीधा त्रिभुज बनया होया है, देखो जिहदे विच एक डी लाइन बनी हुई है, तो आ हिस्सा 3 दिते है, चौथा पता करना है। डायग्राम देखो तो हम जूम करके दिखा देता है। तो की करना है, कुछ नहीं करना है, 1.5/3 ऊपर वाले ने देखो 1.5/3 बराबर 1/x, 1/x। ये थले इनू लिखना है, ये थले इनू लिखना है, ठीक है बेटा जी। तो इनू हुण हल कर देना है। हुण देखो कितना हल करांगे, ये दशमलव हटा दिए तो थले की लगेगा 15/30 बराबर 1/x। 15 एकम 15, 15 दूनी 30, फिर क्रॉस मल्टीप्लाई किया तो एक्स कितना आ गया 2। क्वेश्चन खत्म, तुहाडा आंसर भी आ गया। कितने सौखा सीगा देखो। इत्थे असीं लईए बीपीटी थ्योरम। बीपीटी थ्योरम कहती है कि AD/DB AE/EC के बराबर होंदी है, तो उत्थों आपां 2 कट लिया। इस तरह से 2-2 नंबर वाले बेटा 4 क्वेश्चन कंप्लीट कर लेने। हुण अपने 2-2 नंबर वाले 4 क्वेश्चन होर बचे ने, देखो किद्दां करांगे, ध्यान नाल देखना है। 8वां क्वेश्चन 2 नंबर वास्ते देखो जी, उस बिंदु के निर्देशांक पता करो। जो भी क्वेश्चन आ गया उस बिंदु के निर्देशांक पता करो, तो एक लाइन बनानी है बिल्कुल सीधी, इसनूं ए नाम देना है। ए बिंदु तुहाडे कोल आ गया 4 ते -3, बी बिंदु आ गया 8 ते 5। ए बिंदु ते बी बिंदु नूं जोड़न वाले रेखाखंड नूं अंदरूनी तौर ते मान लिया कोई पी बिंदु जिसनूं एक्स ते वाई मन्निया 3:1 विच बनता है। हुण ये डायग्राम तुहाडा पक्का बन गया। कोई भी क्वेश्चन आ गया जिस दे विच लिखिया होएगा कि वो बिंदु के निर्देशांक पता करो, तुसीं डायग्राम यही बनाना है। अनुपात हमेशा ऊपर लिखनी है, जोड़न वाले बिंदु नूं पहले तो खींच लिखना है, तो जिहड़ा वंड रहा बिंदु विचकार हुंदा है। हुण तुसीं किद्दां करना, ध्यान नाल देखियो, मैं बहुत सौखे ढंग नाल दस्सण जा रहा। असीं एक्स कड्ढना है तो वाई कड्ढना है। सब तो पहले एक्स कड्ढण दा एक फार्मूला याद करना है, तो वाई कड्ढण दा एक फार्मूला याद करना है। एक्स किवें कड्ढना है, हुण देखो किद्दां सौखे तरीके नाल देखो ध्यान नाल सारे। एक्स कड्ढण लई तुसीं जिहड़ी उपर अनुपात दित्ता उहदे नाल एक ब्रैकेट लगा देनी है, बस। बोलो की लिखिया हुण, 3 ब्रैकेट जमा 1 ब्रैकेट बटा इन्हां दा जोड़ 3/1 हो गया फार्मूला याद। देखो कुछ नहीं किया, 3 नाल ब्रैकेट प्लस 1 नाल ब्रैकेट बटा 3/1। इसी तरह हुण वाई कड्ढना तां भी सेम लिख देना, कॉपी पेस्ट, 3 ब्रैकेट जमा 1 ब्रैकेट 3/1। हुण दसो इस तो सौखा की हो सकता है ना। कुछ नहीं किया ना हुण तक। हुण करना की है, जे आपां एक्स कड्ढना है तो एक्स के घर कोल जाना। हुण सारिਆਂ ਨੂੰ पता है कि एक्स का घर हुंदा है मोरला, पहला घर एक्स का तो दूजा घर वाई का। जाना हमेशा सज्जे तो खब्बे है, इस गल का ध्यान रखियो, सज्जे तो खब्बे जाना है। हुण दसो इत्थे भरना है एक्स के घर का एलीमेंट कितना है, एक्स के घर का एलीमेंट है 8 तो इधर की है 4। हुण इधर वाई कड्ढना तो वाई के घर के एलीमेंट लिखने हैं, पर सज्जे तो खब्बे याद रखियो। सज्जा पासा की है 5, खब्बे पासे की है -3। वेरी गुड, आई समझ। हुण बस गुणा करनी है, 8 तिया 24, 4 एकम 4, 3 ते 1 4 जोड़ के, कटने नहीं है, जोड़ना पहला। 28
बटा 4। ਹੁਣ ਇਹਦੀ ਕਟਿੰਗ ਕਰ ਸਕਦੇ ਹੋ, 4 ਏਕਮ 4, 7 ਚੌਕਾ 28 ਤੇ ਤੁਹਾਡਾ ਆਂਸਰ ਆ ਗਿਆ ਜੀ 7। ਇਸੇ ਤਰ੍ਹਾਂ ਇੱਧਰ ਆ ਜਾਓ, 5 ਤੀਏ 15 प्लस माइनस माइनस 3 एकम 3 बटा 4 किन्ने आ गए, 15 चो 3 गए 12 बटा 4। हुण तुसीं कटिंग कर सकते हो, 4 एकम 4, 4 तीए 12 तो तुहाडा आंसर कितना आ गया 3। तो इस तरह तुसीं y पता किया है 3 तो x पता किया है 7, तो तुहाडा जिहड़ा P बिंदु है वो आ गया है 7,3 इस सवाल का आंसर। तो किन्ने ही सौखे ढंग नाल असीं देखो किसी बिंदु के निर्देशांकां नूं पता किया है। पक्का आने वाला सवाल है बेटा, बस तुहाडा अनुपात बदलिया जा सकता है तो बिंदु बदले जा सकते हैं, पर तरीका यही रहेगा, जो भी अनुपात दिता होगा उहदे नाल ब्रैकेट लगा दो। तो एक्स कड्ढना है तां भी 3 ब्रैकेट जमा 1 ब्रैकेट बटा 3 जमा 1, वाई कड्ढना है तां भी 3 ब्रैकेट जमा 1 ब्रैकेट बटा 3 जमा 1। तो ब्रैकेटां विच भरनी है सज्जे तो खब्बे, एक्स कड्ढण वेले एक्स वाले एलीमेंट, वाई कड्ढण वेले वाई वाले एलीमेंट। उम्मीद है समझ आया होगा। 8वां क्वेश्चन कंप्लीट हो चुका है, 9वें वाल चलते हैं। 9वां क्वेश्चन कहता है जेकर साइन ए का मुल दिता है तो टैन ए पता करो। बहुत ही सौखा सवाल है, ध्यान नाल देखना है और मेरे कराने का तरीका भी बिल्कुल वखरा होएगा, इस करके बिल्कुल ध्यान नाल देखियो तां जो तुहानूं सारे सवाल चंगी तरह समझ आ सकन। लो जी, हुण साडे कोल 9वें सवाल च साइन ए का मुल दिता होया तो सारिआं नूं पता है पंडित बद्री प्रसाद हर हर बोले सोना चांदी तोले दे लई सानू साइन का फार्मूला मिल गया कितना P बटा H। इस तो सानू की पता लगा कि साडा P जिहड़ा है वो 3 हो सकता है, H साडा 4 हो सकता है, सानू B नहीं पता B किवें कढीए। मेरी गल हुण ध्यान नाल सुन लियो, जे तुसी B कढना है जां P कढना है, इन्हां दोनों केसां विच हमेशा होएगी तुहाडी घटाओ, लेकिन जेकर तुसी H कटना है तो हमेशा की होएगी जोड़। इस गल का ध्यान रखना बस। इस सवाल में तुहानूं B कटना है तो तुसी घटाओ करनी है बेटा, किवें करनी है वो देख लो। हमेशा ही ये घटाओ होएगी तो किवें, इन्हां चों वड्डी किहड़ी है 4, तो 4 गुणा 4 दे विचों 3 गुणा 3 घटाओ करनी है। मेरी गल समझ फॉलो कर रहे हो। जेकर इत्थे P बटा H दिता होया है तो P 3 हो गया H 4 हो गया, ठीक है। हुण B कढना है तो B कढण लई की करना है, वर्गमूल के अंदर B ते P लई घटाओ करनी है। तो जे इत्थे H कढना हुंदा तो जोड़ कर दे। करना हमेशा की है, वड्डी रकम जो भी होएगी 4 है तो 4 गुणा 4 घटाओ, छोटी रकम 3 है तो 3 गुणा 3। हुण 4 चौके कितना हुंदा बेटा 16, 3 तिया 9, तो वर्गमूल च आ गया जी 7। एक कौन आया साडे कोल B आ चुका है। हुण आपां कढना की है, देखो आपां कटना है टैन ए। टैन का फार्मूला देखो की है इत्थे P बटा B। P कितना है अपने कोल देखो 3 तो B कितना है, हुणे हुणे कढ़िया वर्गमूल 7। ये तुहाडा क्वेश्चन का आंसर भी आ गया। तुसीं सोचो किन्ने सौखे ढंग नाल कंप्लीट किया है। P निकल गया है, H निकल गया है, B भी निकल गया है, असी बस टैन ए कढ़ना सीगा कढ़ चुके हैं। तो मेरी गल फॉलो कर गए हो कि तुसीं B किद्दां कढ़िया, वड्डी रकम नूं 2 बार लिखना है, छोटी रकम नूं 2 बार लिखना है, विच घटाओ पाना है कदों जदों B ते P कढ़ना है। जे तुहानूं B ते P दिते ने H कढ़ना है तो जोड़ करनी है। अगला क्वेश्चन करते हैं आपां 9वें तो बाद 10वां क्वेश्चन। दिते चित्र विच अर्धव्यास 4 सेंटीमीटर वाले एक चक्कर के अर्धव्यासी खंड, बेटा पक्का आने वाला सवाल है। अर्धव्यासी खंड का खेत्रफल तो आना ही होना है, बस याद रख लियो। देखो किद्दां करांगे सवाल नूं भी आपां। देखो बेटा अर्धव्यास कितनी है 4 सेंटीमीटर है। तो कोण कितना दिता, देखो डायग्राम के कोण दिता है, तुहानूं दिख रहा है, नहीं दिख रहा तो मैं वड्डा करके लिख देना 30 डिग्री दिता है बेटा। ਇਹਦਾ मतलब थीटा कितना है 30 डिग्री। कटना की है असी अर्धव्यासी खंड, याद रखना है बेटा जी, क्वेश्चन पक्का होना है। अर्धव्यासी खंड का फार्मूला होंदा है पाई R/2 थीटा बटा 360। ये याद रखना है बेटा। पाई की वैल्यू 22/7 हो गई, सारे नूं पता है। R 2 बारी लिखना तो 4 गुणा 4 पा के लिखता। थीटा 30 डिग्री है तो बटा 360, 0 नाल 0 कट्टिया गया। हुण आपां 3 दे नाल जे 36 कटदे हैं तो 12 आउंदा है, तो 4 नाल 12 नूं कट के 3 आउंदा है। तो असी 22 नूं 4 नाल गुणा किया 88 आ गया, तो 7 तिया 21 आ गया।
ਜੋ ਕਿ ਤੁਹਾਡਾ ਇਸ ਸਵਾਲ ਦਾ ਆਨਸਰ ਹੈ। ਇਹਦੇ ਨਾਲ ਸੈਂਟੀਮੀਟਰ ਦੀ ਘਾਤ 2 ਜ਼ਰੂਰ ਲਗਾ ਲਈਓ, ਕਿਉਂਕਿ ਆਪਾਂ ਖੇਤਰਫਲ ਪਤਾ ਕਰ ਰਹੇ ਹਾਂ। 2 ਨੰਬਰ ਦਾ ਅਸੀਂ 10ਵਾਂ ਸਵਾਲ ਕੰਪਲੀਟ ਕੀਤਾ ਹੈ। ਕਿੰਨਾ ਹੀ ਸੌਖਾ, ਸਿਰਫ ਇੱਕ ਬੇਟਾ ਫਾਰਮੂਲਾ ਯਾਦ ਰੱਖਣਾ ਹੈ। ਵਾਲਾ ਫਾਰਮੂਲਾ ਤੁਸੀਂ ਅਰਧ ਵਿਆਸੀ ਖੰਡ ਦਾ ਫਾਰਮੂਲਾ, ਜਿਹਦੇ ਵਿੱਚ ਤੁਹਾਨੂੰ ਲੋੜ ਕਿਹਦੀ ਹੁੰਦੀ ਹੈ, ਇੱਕ ਆਰ ਦੀ ਅਤੇ ਇੱਕ ਥੀਟੇ ਦੀ। ਆਰ ਦਿੱਤਾ ਹੋਇਆ 4, ਆਰ ਦੇ ਉੱਪਰ ਘਾਤ 2 ਦਾ ਮਤਲਬ 2 ਵਾਰ ਲਿਖਣਾ, ਅਤੇ ਥੀਟਾ ਦਿੱਤਾ ਹੋਇਆ 30 ਲਿਖ ਦੇਣਾ, ਅਤੇ ਬਸ ਕਟਿੰਗ ਕਰਨੀ ਹੈ ਅਤੇ ਆਂਸਰ ਕੱਢ ਦੇਣਾ। ਹੁਣ 11ਵਾਂ ਸਵਾਲ ਕਰਨ ਜਾ ਰਹੇ ਹਾਂ, ਅਖੀਰਲਾ ਸਵਾਲ ਇਸ ਵੀਡੀਓ ਦਾ, ਕਿਉਂਕਿ ਹੁਣ ਆਪਾਂ ਭਾਗ ਐੜਾ ਵੀ ਖਤਮ ਕਰਨ ਜਾ ਰਹੇ ਹਾਂ। ਅਤੇ ਹੁਣ ਅਖੀਰਲਾ ਸਵਾਲ ਧਿਆਨ ਨਾਲ ਦੇਖਣਾ। 11ਵੇਂ ਸਵਾਲ 'ਚ ਕਹਿੰਦਾ, ਇੱਕ ਬੱਚੇ ਦੇ ਕੋਲ ਇੱਕ ਅਜਿਹਾ ਪਾਸਾ ਹੈ ਜਿਸ ਦੇ ਫਲਕਾਂ ਉੱਤੇ ਆ ਲਿਖਿਆ ਹੋਇਆ ਹੈ। ਜਿੱਦਾਂ ਉੱਦਾਂ ਤਾਂ ਸਾਡੇ ਕੋਲ ਲੁੱਡੋ ਦੇ ਗੇਟੇ ਵਿੱਚ 1 2 3 4 5 6 ਲਿਖਿਆ ਹੁੰਦਾ ਹੈ। ਕਹਿੰਦੇ ਉਹਨੇ ਆਪਣਾ ਬਣਾਇਆ ਪਾਸਾ, ਜਿਹਦੇ 'ਚ ਉਹਨੇ ABCDE ਲਿਖਿਆ ਹੋਇਆ ਹੈ। ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਇਹਦੀ ਸੰਭਾਵਨਾ ਕੀ ਹੈ ਕਿ A ਪ੍ਰਾਪਤ ਹੋਵੇ ਜਾਂ D ਪ੍ਰਾਪਤ ਹੋਵੇ। ਧਿਆਨ ਨਾਲ ਦੇਖਣਾ, ਬਹੁਤ ਸੌਖਾ ਸਵਾਲ ਹੈ। ਤਾਂ ਦੇਖੋ ਬੇਟਾ ਜੀ, ਪਾਸੇ ਨੂੰ A ਪ੍ਰਾਪਤ ਹੋਣ ਦੀ ਸੰਭਾਵਨਾ ਕਿੱਦਾਂ ਪਤਾ ਕਰਨੀ, ਪਹਿਲਾਂ ਇਹ ਦੇਖੋ ਧਿਆਨ ਨਾਲ। ਤੁਹਾਡੇ ਕੋਲ ਪਾਸੇ ਕੋਲ 1 2 3 4 5 6, ਇਹਦਾ ਮਤਲਬ 6 ਸਾਡੇ ਕੁੱਲ ਪਰਿਣਾਮ ਨੇ, ਕੁਝ ਵੀ ਆ ਸਕਦਾ 6 ਦੇ ਵਿੱਚੋਂ। ਪਰ ਹੁਣ ਅਨੁਕੂਲ ਪਰਿਣਾਮ ਕਿੱਦਾਂ ਬਣਾਉਣੇ ਹੈ, ਕੀ ਪ੍ਰਾਪਤ ਹੋਵੇ ਇਹ ਲੱਭੋ ਕਿੰਨੇ ਆ, 1 ਅਤੇ 1 2, ਇਹਦਾ ਮਤਲਬ ਅਨੁਕੂਲ ਪਰਿਣਾਮ ਕੀ ਹੋਣਗੇ, 2 ਹੋਣਗੇ। ਬਸ ਇਹ ਧਿਆਨ ਰੱਖੋ, ਅਨੁਕੂਲ ਕਿੱਦਾਂ ਕੱਢਣੇ ਆ। D ਪ੍ਰਾਪਤ ਹੋਵੇ ਤਾਂ D ਇੱਕੋ ਹੀ ਹੈ, ਤਾਂ ਫਿਰ 1/6। ਹੁਣ ਤੁਸੀਂ ਕਟਿੰਗ ਕਰ ਸਕਦੇ ਹੋ, 2 ਏਕਮ 2, 2 3 6, ਇਹਦਾ ਮਤਲਬ ਸਾਡਾ ਆਂਸਰ ਆਇਆ 1/3 ਪਹਿਲੇ ਭਾਗ ਦਾ ਅਤੇ 1/6 ਦੂਜੇ ਭਾਗ ਦਾ। ਇਸ ਤਰ੍ਹਾਂ ਸਾਡਾ ਜਿਹੜਾ ਹੈ ਭਾਗ ਐੜਾ ਵੀ ਕੰਪਲੀਟ ਹੋ ਗਿਆ। ਹੁਣ ਸਾਡੀ ਜਿਹੜੀ ਤਿਆਰੀ ਹੈ ਇਸ ਵੀਡੀਓ ਦੇ ਵਿੱਚ, ਸਭ ਤੋਂ ਪਹਿਲਾਂ ਆਪਾਂ ਕੀਤੀ ਸੀ 16 ਨੰਬਰ ਦੀ, ਫਿਰ 8 ਨੰਬਰ ਦਾ ਦੂਜਾ ਕੁਐਸਚਨ, ਫਿਰ 8 ਨੰਬਰ ਦਾ ਤੀਜਾ ਕੁਐਸਚਨ, ਅਤੇ ਫਿਰ ਉਸ ਤੋਂ ਬਾਅਦ ਭਾਗ ਊੜੇ ਤੋਂ ਬਾਅਦ ਭਾਗ ਐੜੇ ਦੇ ਵਿੱਚ 16 ਨੰਬਰ ਦੇ 8 ਕੁਐਸਚਨ। ਟੋਟਲ 48 ਨੰਬਰ ਦੀ ਤਿਆਰੀ ਕੀਤੀ ਹੈ ਬੇਟਾ ਇਸ ਵੀਡੀਓ ਦੇ ਵਿੱਚ ਤੁਸੀਂ 10ਵੀਂ ਕਲਾਸ ਦੀ। ਅਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਬਾਕੀ 12 ਨੰਬਰ ਦੀ ਤਿਆਰੀ ਕਰਾਂਗੇ, 32 ਨੰਬਰ ਦੀ ਅਗਲੀ ਵੀਡੀਓ ਦੇ ਵਿੱਚ। ਹੁਣ ਇਸ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ, ਤਾਂ ਜੋ ਵੀਡੀਓ ਬਹੁਤ ਹੀ ਲੰਬੀ ਨਾ ਹੋਵੇ ਅਤੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਵੇ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ, ਜੇ ਕਿਸੇ ਬੱਚੇ ਨੇ ਹਜੇ ਤੱਕ ਮੇਰੇ ਚੈਨਲ ਨੂੰ ਬੇਟਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦੇਣਾ ਹੈ, ਅਤੇ ਬੈਲ ਆਈਕਨ ਵੀ ਦਬਾ ਦੇਣਾ ਹੈ, ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਵੀਡੀਓ ਨੂੰ। ਅਤੇ ਇਸ ਦੇ ਨਾਲ ਇੱਕ ਹੋਰ ਇਨਫੋਰਮੇਸ਼ਨ ਦੇਣਾ ਚਾਹੂੰਗਾ ਕਿ ਬੇਟਾ ਹੁਣ ਮਿਸ਼ਨ 100% ਚੱਲ ਰਿਹਾ ਹੈ, ਅਤੇ ਜਿਹਦੇ ਰਿਗਾਰਡਿੰਗ ਮੈਂ ਹਰ ਰੋਜ਼ ਤੁਹਾਨੂੰ ਕੋਈ ਨਾ ਕੋਈ ਹੋਮਵਰਕ ਭੇਜਣਾ ਹੈ, ਇੰਪੋਰਟੈਂਟ ਕੁਐਸਚਨਸ ਦੀ ਵੀਡੀਓਜ਼ ਭੇਜਣੀਆਂ ਨੇ, ਜਿਸ ਕਰਕੇ ਮੇਰਾ ਇੱਕ ਗਰੁੱਪ ਬਣਿਆ ਹੋਇਆ ਹੈ। ਜੇਕਰ ਤੁਸੀਂ ਉਸ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦਿੱਤੇ ਹੋਏ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ, ਤਾਂ ਜੋ ਤੁਹਾਨੂੰ ਵੀ ਉਹ ਮਿਸ਼ਨ 100% ਵਾਲੀ ਵੀਡੀਓਜ਼ ਮਿਲ ਸਕਣ ਅਤੇ ਤੁਸੀਂ ਡੇਲੀ ਇੱਕ ਚੈਪਟਰ ਦੀ ਰਿਵੀਜ਼ਨ ਕਰ ਸਕੋ।